ਵੈਲਕਮ ਬੈਕ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ। ਆਪਾਂ ਪ੍ਰਾਚੀਨ ਭਾਰਤ ਸਟਾਰਟ ਕੀਤਾ ਹੋਇਆ ਸੀ UPSC ਮਾਸਟਰ ਗ੍ਰੇਡਰ ਲਈ, PCS ਲਈ। ਠੀਕ ਹੈ ਜੀ। ਇਸ ਦੇ ਵਿੱਚ ਜੋ ਪ੍ਰਸ਼ਨ ਨੇਗੇ, ਅੱਜ ਆਪਾਂ ਮੌਰੀਆ ਕਾਲ ਤੱਕ ਪਹਿਲਾਂ ਵੀਡੀਓ ਪੈ ਚੁੱਕੀਆਂ ਨੇ। ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਜ਼ਰੂਰ ਦੇਖਣੀਆਂ ਨੇਗੀਆਂ, ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ। ਠੀਕ ਹੈ ਜੀ। ਅੱਜ ਦੀ ਵੀਡੀਓ ਆ ਜਿਹੜੀ ਮੌਰੀਆ ਤੋਂ ਬਾਅਦ ਦਾ ਸਮਾਂ ਗਾ, ਇਹਦੇ ਬਾਰੇ ਸਾਨੂੰ ਬਹੁਤ ਹੀ ਤਕਰੀਬਨ ਘੱਟ ਜਾਣਕਾਰੀ ਹੁੰਦੀ ਆ। ਅਤੇ ਆਪਾਂ ਅੱਜ ਲਿੰਕ ਐਪ ਦਾ ਦੇ ਦਾਂਗੇ ਤੁਹਾਨੂੰ। ਠੀਕ ਹੈ ਜੀ। ਕਾਫੀ ਬੱਚਿਆਂ ਦੇ ਕਮੈਂਟ ਸੀਗੇ ਵੀ ਤੁਹਾਡੀ ਐਪ ਨਹੀਂ ਚੱਲਦੀ ਜੀ। ਉਹ ਐਪ ਦਾ ਥੋੜ੍ਹਾ ਜਿਹਾ ਇਸ਼ੂ ਚੱਲ ਰਿਹਾ ਸੀਗਾ, ਅਤੇ ਅੱਜ ਉਹ ਚੱਲ ਪਈ ਆ। ਅਤੇ ਤੁਹਾਨੂੰ ਲਿੰਕ ਨੀਚੇ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ, ਅਤੇ ਤੁਸੀਂ ਉੱਥੋਂ ਲਿੰਕ ਡਾਊਨਲੋਡ ਕਰਕੇ, ਠੀਕ ਹੈ ਜੀ, ਚੱਕ ਲੈਣਾ ਲਿੰਕ, ਡਾਊਨਲੋਡ ਕਰ ਲੈਣੀ ਐਪ, ਅਤੇ ਉੱਥੇ ਤੁਹਾਨੂੰ ਪੂਰੇ ਦਾ ਪੂਰਾ ਕੋਰਸ ਪੰਜਾਬ ਜਿਹੜਾ ਮਾਸਟਰ ਗ੍ਰੇਡਰ ਦਾ, PTET ਦਾ, ਠੀਕ ਹੈ, ਜੋ ਵੀ ਹੋਣਗੇ ਉਹ ਤੁਹਾਨੂੰ ਮਿਲ ਜਾਣਗੇ ਜਿਹੜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ। ਠੀਕ ਹੈ ਜੀ। ਅੱਜ ਜੋ ਆਪਾਂ ਕਰਨ ਜਾ ਰਹੇ ਹਾਂ, ਮੌਰੀਆ ਤੋਂ ਬਾਅਦ ਦਾ ਸਮਾਂ ਗਾ ਜਿਹੜਾ, ਠੀਕ ਹੈ ਜੀ, ਉਹਦੇ ਬਾਰੇ ਕਰਨ ਜਾ ਰਹੇ ਹਾਂ। ਅਤੇ ਇਹ ਉਹ ਸਮਾਂ ਸੀਗਾ ਸਾਡਾ ਜਿਹੜੇ ਇਹਦੇ ਵਿੱਚ ਕੋਈ ਰਾਜਵੰਸ਼ ਸੀਗੇ ਜਿਹੜੇ ਵਿਦੇਸ਼ੀ ਹਮਲਾਵਰ ਭਾਰਤ 'ਤੇ ਹਮਲਾ ਕਰਨੇ ਸਟਾਰਟ ਕਰ ਗਏ ਸੀ। ਵਿਦੇਸ਼ੀ ਹਮਲਾਵਰ ਕਿਵੇਂ ਭਾਰਤ 'ਤੇ ਹਮਲੇ ਕਰਨੇ ਸਟਾਰਟ ਕਰਤੇ ਉਹਨਾਂ ਨੇ, ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਇੱਕ ਰਾਜ ਸੱਤਾ ਕਾਇਮ ਨਹੀਂ ਹੋ ਪਾ ਰਹੀ ਸੀ। ਠੀਕ ਹੈ ਜੀ। ਇੱਕ ਹੋਵੇ ਜਿਹੜੀ, ਅਤੇ ਵਿਦੇਸ਼ੀਆਂ ਨੇ ਕੀ ਕਰਤਾ, ਹਮਲੇ ਕਰਨੇ ਸਟਾਰਟ ਕਰਤੇ। ਠੀਕ ਹੈ ਜੀ। ਮੌਰੀਆ ਕਾਲ ਤੋਂ, ਮੌਰੀਆ ਦੇ ਪਤਨ ਤੋਂ ਬਾਅਦ, ਮੌਰੀਆ ਦਾ ਖਾਤਮਾ ਜਦੋਂ ਹੋਇਆ, ਸੁੰਗਾ ਨੇ ਕੀਤਾ, ਤਾਂ ਲੜਾਈ ਝਗੜੇ ਆਪਸ ਵਿੱਚ ਵੱਧ ਚੁੱਕੇ ਸੀਗੇ। ਤਾਂ ਕਰਦੇ ਹਾਂ ਜੀ ਸਟਾਰਟ ਆਪਾਂ, ਕਿਹੜੇ ਕਿਹੜੇ ਰਾਜਵੰਸ਼ ਹੋਏ ਨੇ ਸਾਡੇ ਕੋਲ। ਭਾਰਤ 'ਤੇ ਹਮਲਾ ਕਰਨ ਵਾਲੇ ਵਿਦੇਸ਼ੀ ਹਮਲਾਵਰ ਕਿਹੜੇ ਕਿਹੜੇ ਸੀ। ਠੀਕ ਹੈ ਜੀ। ਹੁਣ ਭਾਰਤ 'ਤੇ ਹਮਲਾ ਕਰਨ ਵਾਲੇ ਕਿਹੜੇ ਕਿਹੜੇ ਸੀ ਸਾਡੇ ਕੋਲ? ਹਿੰਦੂ ਯੂਨਾਨੀ ਸੀ, ਜਾਂ ਫਿਰ ਸਕ ਸੀਗੇ, ਜਾਂ ਫਿਰ ਪੱਲਵ ਸੀਗੇ, ਜਾਂ ਫਿਰ ਕੁਸ਼ਾਨ ਸੀ। ਠੀਕ ਹੈ ਜੀ। ਕਿਹੜੇ ਕਿਹੜੇ ਸੀਗੇ? ਜਾਂ ਫਿਰ ਉਪਰੋਕਤ ਸਾਰੇ ਸੀ। ਕਿਹੜੇ ਸੀਗੇ ਇਹਨਾਂ ਦੇ ਵਿੱਚੋਂ? ਉਪਰੋਕਤ ਸਾਰੇ ਹੀ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ, ਜਿਹਨੂੰ ਆਪਾਂ ISPK ਬੋਲਦੇ ਹਾਂ। ਇੰਡੋ ਗ੍ਰੀਕ ਯੂਨਾਨੀ ਕਹਿੰਦੇ ਆ, ਸ਼ਕ ਕਹਿੰਦੇ ਆ, ਪੱਲਵ ਕਹਿੰਦੇ ਆ, ਜਾਂ ਫਿਰ ਕੁਸ਼ਾਨ ਕਹਿੰਦੇ ਆ। ਠੀਕ ਹੈ ਜੀ। ਕਿਹੜੇ ਕਿਹੜੇ ਆ? ISPK। ਟ੍ਰਿਕ ਬਣਾ ਲਾਂਗੇ ਆਪਾਂ। ਕਿਵੇਂ ਟ੍ਰਿਕ ਬਣਾਵਾਂਗੇ? ISPK। ਠੀਕ ਹੈ ਜੀ। I 'ਤੇ ਇੰਡੋ ਗ੍ਰੀਕ, S 'ਤੇ ਸਕ, P 'ਤੇ ਪੱਲਵ, ਠੀਕ ਹੈ ਜੀ, K 'ਤੇ ਕੁਸ਼ਾਨ। ਜਿਹੜੇ ਪਹਿਲੇ ਹਮਲਾਵਰ ਭਾਰਤ ਦੇ ਵਿੱਚ ਆਏ ਨੇਗੇ ਮੌਰੀਆ ਤੋਂ ਬਾਅਦ, ਇੰਡੋ ਗ੍ਰੀਕ ਆਏ, ਸ਼ੱਕਾਂ ਨੇ, ਠੀਕ ਹੈ ਜੀ, ਪੱਲਵਾਂ ਨੇ, ਕੁਸ਼ਾਨਾਂ ਨੇ ਰਾਜ ਕੀਤਾ। ਠੀਕ ਹੈ ਜੀ। ਭਾਰਤ ਦੇ ਵਿੱਚ ਮੌਰੀਆ ਦੇ ਜਦੋਂ ਪਤਨ ਹੋ ਰਿਹਾ ਸੀ ਮੌਰੀਆ ਦਾ, ਉਦੋਂ ਜਾਂ ਪਤਨ ਹੋ ਚੁੱਕਿਆ ਸੀ। ਮੌਰੀਆ ਕਾਲ ਤੋਂ ਬਾਅਦ ਸਮਾਂ ਗਾ ਜਿਹੜਾ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਗਾ? ਮੌਰੀਆ ਕਾਲ ਦਾ ਪਤਨ ਹੋ ਗਿਆ, ਉਦੋਂ ਬਾਅਦ ਜਿਹੜਾ ਸਮਾਂ ਗਾ ਸਾਡਾ, 1 ਭਾਗ, 2 ਭਾਗ, 3 ਭਾਗ ਜਾਂ 4 ਭਾਗ, ਸਾਡੇ ਕੋਲ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਜੀ ਸਮਾਂ? ਅਸੀਂ ਵੰਡਿਆ ਇਹ ਸਮਾਂ 2 ਭਾਗਾਂ ਦੇ ਵਿੱਚ। ਕਿੰਨੇ ਭਾਗਾਂ ਦੇ ਵਿੱਚ ਵੰਡਿਆ? 2 ਭਾਗਾਂ 'ਚ। ਕਿਹੜੇ ਕਿਹੜੇ ਨੇ ਇਹ 2 ਭਾਗ? ਪਹਿਲਾ ਤਾਂ ਵਿਦੇਸ਼ੀ ਸ਼ਾਸਕਾਂ ਦਾ ਵਰਗ ਹੈਗਾ, ਦੂਜਾ ਕਿਹੜਾ ਹੈਗਾ? ਭਾਰਤੀ ਸ਼ਾਸਕਾਂ ਦਾ ਵਰਗ ਹੈਗਾ। ਠੀਕ ਹੈ ਜੀ। ਪਹਿਲਾ ਜਿਹੜਾ ਵਿਦੇਸ਼ੀ ਸ਼ਾਸਕਾਂ ਦਾ ਵਰਗ ਹੈਗਾ, ਮੌਰੀਆ ਤੋਂ ਬਾਅਦ ਦਾ ਸਮਾਂ ਗਾ, ਉਹਦੇ ਵਿੱਚ ਪਹਿਲਾਂ ਇੰਡੋ ਗ੍ਰੀਕ ਆਉਂਦੇ ਨੇ, ISPK ਜਿਹਨੂੰ ਆਪਾਂ ਬੋਲਦੇ ਹਾਂ। ਠੀਕ ਹੈ ਜੀ। ਇੰਡੋ ਗ੍ਰੀਕ ਆਉਂਦੇ ਨੇ, ਫਿਰ ਕੀ ਆਉਂਦੇ ਨੇ? ਫਿਰ ਕਿਹੜਾ ਰਾਜਵੰਸ਼ ਚੱਲਿਆ ਇੱਥੇ ਵਿਦੇਸ਼ੀਆਂ ਦਾ ਜਿਹੜਾ ਚੱਲਿਆ ਗਾ? ਯੂਥਾਈਡੀਮੇ। ਠੀਕ ਹੈ ਜੀ। ਇਹ ਆਉਂਦਾ ਗਾ। ਯੂਕਰੇਟਿਡਸ ਆਉਂਦਾ ਗਾ। ਠੀਕ ਹੈ ਜੀ। ਪਰਥੀਅਨ ਅਤੇ ਕੁਸ਼ਾਨ ਆਉਂਦੇ ਨੇ। ਠੀਕ ਹੈ ਜੀ। ਇਹ ਸਾਡੇ ਕੋਲ ਵਿਦੇਸ਼ੀ ਸੀਗੇ ਜੀ ਰਾਜ। ਠੀਕ ਹੈ ਜੀ। ਅਤੇ ਭਾਰਤ ਦੇ ਸ਼ਾਸਕ ਕਿਹੜੇ ਸੀਗੇ ਜਿਹੜੇ ਭਾਰਤ ਦੇ ਵਿੱਚ ਰਾਜ ਕਰ ਰਹੇ ਸੀ ਉਸ ਸਮੇਂ? ਹੁਣ ਭਾਰਤ ਵਿੱਚ ਭਾਰਤ ਪੂਰੇ ਦਾ ਪੂਰਾ ਇੱਥੇ ਰਾਜ ਕਰ ਰਹੇ ਸੀ, ਅਤੇ ਜਿਹੜੇ ਇੱਥੇ ਸੀ ਉਹ ਅੱਡ ਰਾਜ ਕਰ ਰਹੇ ਸੀ। ਠੀਕ ਹੈ ਜੀ। ਭਾਰਤ ਵਿੱਚ ਸ਼ਾਸਕ ਸ਼ੁੰਗ, ਕਣਵ, ਚੇਂਦੀ ਅਤੇ ਸਾਤਵਾਹਨ, ਇਹ ਭਾਰਤ ਦੇ ਰਾਜੇ ਰਾਜ ਕਰ ਰਹੇ ਸੀ ਇੱਥੇ। ਸਮਝ ਲੱਗ ਗਈ ਜੀ। ਉਹ ਸਮਾਂ ਜਦੋਂ ਮੌਰੀਆ ਤੋਂ ਬਾਅਦ ਦਾ ਸਮਾਂ ਹੈ ਜਿਹੜਾ ਆਪਾਂ ਨੇ ਕੀਤਾ। ਹੁਣ 250 ਈਸਾ ਪੂਰਵ ਦੇ ਵਿੱਚ, ਹੁਣ ਇਹ ਸਮਾਂ ਜਿਹੜਾ ਹੈਗਾ 250 ਈਸਾ ਪੂਰਵ ਦੇ ਵਿੱਚ ਤੋਂ ਲੈ ਕੇ ਸਟਾਰਟ ਹੋ ਜਾਂਦਾ। ਈਸਾ ਪੂਰਵ ਵਿੱਚ ਬੈਕਟੀਰੀਆ ਦੇ ਗਵਰਨਰ ਸੀਗੇ ਨੇ ਪਹਿਲਾ ਸੁਤੰਤਰ ਰਾਜ ਸਥਾਪਿਤ ਕੀਤਾ। ਕਿਹੜਾ ਕੀਤਾ? ਪਹਿਲਾਂ ਸੁਤੰਤਰ ਰਾਜ ਸਥਾਪਿਤ ਕੀਤਾ ਸੀ। ਬੈਕਟੀਰੀਆ ਦਾ ਇੱਕ ਗਵਰਨਰ ਸੀਗਾ। ਠੀਕ ਹੈ ਜੀ। ਉਹ ਜੋ ਕਹਿੰਦੇ ਇੰਡੋ ਗ੍ਰੀਕ ਜਾਂ ਇੰਡੋ ਬੈਕਟੀਰੀਆ ਦੇ ਨਾਮ ਨਾਲ ਜਾਣਿਆ ਗਿਆ ਰਾਜ ਹੈਗਾ।
ਉਹ ਕੌਣ ਸੀਗਾ ਰਾਜਾ ਜਿਹਨੇ ਇੰਡੋ ਗ੍ਰੀਕ ਦਾ ਰਾਜ ਸੀਗਾ ਸਥਾਪਿਤ ਕੀਤਾ ਸੀ, ਗਵਰਨਰ ਸੀ ਬੈਕਟੀਰੀਆ। ਇੱਥੇ ਕੀ ਹੋ ਰਿਹਾ ਸੀਗਾ ਜੀ, ਬੈਕਟੀਰੀਆ ਦੇ ਵਿੱਚ ਸਿਕੰਦਰ ਹੋਣੀ ਸੀਗੇ ਜਿਹੜੇ, ਸਿਕੰਦਰ ਦਾ ਜਿਹੜਾ ਸੈਨਾ ਸੀਗਾ, ਸੈਨਾਪਤੀ ਸੈਲਿਕਸ ਨਿਕੇਟਰ ਸੀਗਾ, ਉਹਨੇ ਪੂਰਾ ਰਾਜਵੰਸ਼ ਸਥਾਪਿਤ ਕਰ ਲਿਆ ਸੀ ਇੱਥੇ। ਤੇ ਜਦੋਂ ਰਾਜਵੰਸ਼ ਸਥਾਪਿਤ ਹੋ ਗਿਆ, ਉਹਦੇ ਉੱਤਰਾਧਿਕਾਰੀ ਕਮਜ਼ੋਰ ਹੁੰਦੇ ਗਏ ਤੇ ਉਹਨਾਂ ਦੇ ਵਿੱਚੋਂ ਬੈਕਟੀਰੀਆ ਦਾ ਗਵਰਨਰ ਸੀਗਾ, ਠੀਕ ਹੈ ਜੀ, ਸਿਕੰਦਰ ਦੇ ਜਿਹੜੇ ਉੱਤਰਾਧਿਕਾਰੀ ਸੀ ਉਹਨਾਂ ਦਾ ਇੱਕ ਗਵਰਨਰ ਸੀਗਾ ਬੈਕਟੀਰੀਆ ਦਾ, ਠੀਕ ਹੈ ਜੀ। ਉਹ ਕੌਣ ਸੀਗਾ? ਡੈਮੇਟੇਰੀਅਸ ਸੀਗਾ ਜਾਂ ਫਿਰ ਸੈਲਿਕਸ ਨਿਕੇਟਰ? ਤਾਂ ਤੁਹਾਨੂੰ ਪਤਾ ਹੀ ਦੱਸੀ ਤਾਂ ਮੈਂ, ਸਿਕੰਦਰ ਦਾ ਸੀ ਇਹ। ਡਿਓਡੋਰਸ ਪਹਿਲਾ ਸੀ ਜਾਂ ਯੂਕੇਟਾਈਡਸ ਕਿਹੜਾ ਸੀਗਾ? ਇਹਦੇ ਵਿੱਚ ਹੁਣ ਇਹਦਾ ਸਹੀ ਆਨਸਰ ਕੀ ਬਣਦਾ ਜੀ, ਵੀ ਸੈਲਿਕਸ ਨਿਕੇਟਰ ਦੇ ਜਿਹੜੇ ਉੱਤਰਾਧਿਕਾਰੀ ਸੀਗੇ, ਠੀਕ ਹੈ ਜੀ, ਉਹਨਾਂ ਦਾ ਇੱਕ ਗਵਰਨਰ ਸੀਗਾ, ਬੈਕਟੀਰੀਆ ਦਾ ਗਵਰਨਰ ਸੀਗਾ ਡਿਓਡੋਰਸ ਪਹਿਲਾ, ਜਿਸ ਨੇ ਪਹਿਲਾ ਰਾਜਵੰਸ਼ ਸਥਾਪਿਤ ਕੀਤਾ ਸੀ ਇੰਡੋ ਗ੍ਰੀਕ, ਠੀਕ ਹੈ ਜੀ। ਤੇ ਡਿਓਡੋਰਸ ਪਹਿਲਾ ਸੀਗਾ, ਠੀਕ ਹੈ ਜੀ। ਇਹਨਾਂ ਦਾ ਦੂਜਾ ਰਾਜਾ ਕਹਿਣਾ ਸੀਗਾ, ਡਿਓਡੋਰਸ ਦੂਸਰਾ ਸੀਗਾ। ਸਭ ਤੋਂ ਪਹਿਲਾਂ ਜਿਹੜਾ ਭਾਰਤ ਆਏ ਸੀਗੇ ਉਹ ਕੌਣ ਸੀਗੇ? ਇੰਡੋ ਗ੍ਰੀਕ ਆਏ ਸੀਗੇ ਜੀ। ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਕੌਣ ਸੀਗਾ ਸ਼ਾਸਕ ਸੀਗਾ? ਇਹਨਾਂ ਦਾ ਹੀ ਡੈਮੇਟੇਰੀਅਸ ਸੀਗਾ। ਕੌਣ ਸੀਗਾ? ਡੈਮੇਟੇਰੀਅਸ, ਠੀਕ ਹੈ ਜੀ। ਤੇ 189 ਤੋਂ ਲੈ ਕੇ 171 ਤੱਕ ਡੈਮੇਟੇਰੀਅਸ ਨੇ ਕੀ ਕੀਤਾ? ਸ਼ਾਸਨ ਕੀਤਾ ਹਿੱਸਾ ਪੂਰਬ ਦੇ ਵਿੱਚ। ਯਮਨ ਤੇ ਹਮਲਾ ਕੀਤਾ ਤੇ ਰਾਜਧਾਨੀ ਯਮਨਾ ਨੇ, ਇਹਨਾਂ ਨੇ ਸਾਡੇ ਕੋਲੇ ਭਾਰਤ ਤੇ ਹਮਲੇ ਕੀਤੇ ਤੇ ਰਾਜਧਾਨੀ ਕਿਹਨੂੰ ਬਣਾਇਆ ਸੀਗਾ? ਸ਼ਾਕਲ ਨੂੰ ਬਣਾਇਆ ਸੀਗਾ। ਕਿਹਨੂੰ ਬਣਾਇਆ ਸੀਗਾ ਜੀ? ਸ਼ਾਕਲ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਡੈਮੇਟੇਰੀਅਸ ਦੇ ਸਮੇਂ ਯੂਨਾਨੀ ਰਾਜ ਦੋ ਭਾਗਾਂ ਵਿੱਚ ਵੰਡਿਆ ਗਿਆ। ਡੈਮੇਟੇਰੀਅਸ ਦੇ ਸਮੇਂ ਜਿਹੜਾ ਯੂਨਾਨੀ ਹੈਗਾ ਉਹ ਦੋ ਭਾਗਾਂ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ ਸੀ? ਇੱਕ ਦੀ ਰਾਜਧਾਨੀ ਤਾਂ ਸੀਗੀ ਸ਼ਾਕਲ, ਠੀਕ ਹੈ ਜੀ। ਦੂਜੇ ਦੀ ਕਿਹੜੀ? ਸ਼ਾਕਲ ਰਾਜਧਾਨੀ ਡੈਮੇਟੇਰੀਅਸ ਦੀ ਸੀਗੀ। ਸ਼ਾਕਲ ਰਾਜਧਾਨੀ ਕਿਹਦੀ ਸੀ? ਡੈਮੇਟੇਰੀਅਸ ਦੀ ਸੀਗੀ। ਤੇ ਦੂਜੇ ਦੀ ਰਾਜਧਾਨੀ ਕਿਹੜੀ ਸੀ? ਤਕਸ਼ਿਲਾ। ਦੂਸਰੇ ਦੀ ਰਾਜਧਾਨੀ ਸੀ ਤਕਸ਼ਿਲਾ, ਠੀਕ ਹੈ ਜੀ। ਉਹਦਾ ਰਾਜਾ ਕੌਣ ਸੀਗਾ? ਯੂਕੇਟਾਈਡਸ, ਠੀਕ ਹੈ ਜੀ। ਉਹਦਾ ਰਾਜਾ ਕੌਣ ਸੀਗਾ? ਯੂਕੇਟਾਈਡਸ, ਠੀਕ ਹੈ ਜੀ। ਇਹ ਸਾਡੇ ਕੋਲ ਡੈਮੇਟੇਰੀਅਸ ਤੇ, ਠੀਕ ਹੈ ਜੀ, ਰਾਜ ਸੀਗਾ ਜਿਹੜਾ ਸ਼ਾਕਲ ਦੇ ਵਿੱਚ ਸੀਗਾ। ਤੇ ਦੂਜੀ ਜਿਹੜੀ ਸ਼ਾਖਾ ਸੀਗੀ, ਦੂਜੀ ਰਾਜਧਾਨੀ ਇਹਨਾਂ ਦੀ ਕਿਹੜੀ ਸੀ? ਤਕਸ਼ਿਲਾ ਸੀਗੀ। ਦੋ ਭਾਗਾਂ ਵਿੱਚ ਰਾਜ ਇਹਨਾਂ ਦਾ ਵੰਡਿਆ ਗਿਆ ਜੀ। ਸਮਝ ਲੱਗ ਗਈ ਜੀ? ਇੰਡੋ ਗ੍ਰੀਕ ਦਾ। ਹੁਣ ਇਹਨਾਂ ਦਾ ਵਰਣਨ ਵੀ ਸਾਨੂੰ ਮਿਲਦਾ ਗਾ, ਭਾਰਤ ਨੇ, ਭਾਰਤੀਆਂ ਨੇ ਵੀ ਇਹਨਾਂ ਦਾ ਵਰਣਨ ਕੀਤਾ। ਲਾਮਾ ਤਾਰਾਨਾਥ ਦੀ ਪੁਸਤਕ ਆ ਇੱਕ, ਠੀਕ ਹੈ ਜੀ। ਉਹ ਪੁਸਤਕ ਆ ਭਾਰਤ ਵਿੱਚ ਬੌਧ ਧਰਮ ਦਾ ਇਤਿਹਾਸ। ਯਾਦ ਰੱਖਿਓ, ਭਾਰਤ ਵਿੱਚ ਬੌਧ ਧਰਮ ਦਾ ਇਤਿਹਾਸ ਬੁੱਕ ਲਾਮਾ ਤਾਰਾਨਾਥ ਦੀ ਆ। ਤੇ ਕਸ਼ਮੇਂਦਰ ਦੀ ਪੁਸਤਕ ਆ ਜਿਹੜੀ ਅਵਦਾਨ ਕਲਪਨਤਾ, ਇਹ ਬੁੱਕ ਦੇ ਵਿੱਚ ਕਿਸ ਯਮਨ ਸ਼ਾਸਕ ਦਾ ਜਿਹੜਾ ਵਰਣਨ ਆ, ਜਿਹੜਾ ਕਿਹੜਾ ਸ਼ਾਸਕ ਹੈ? ਡੈਮੇਟੇਰੀਅਸ ਦਾ, ਸੈਲਿਕਸ ਨਿਕੇਟਰ, ਡਿਓਡੋਰਸ ਜਾਂ ਫਿਰ ਯੂਕੇਟਾਈਡਸ। ਹੁਣ ਇਹਦੇ ਵਿੱਚ ਪਹਿਲਾ ਹਮਲਾ ਕਿਹਨੇ ਤੇ? ਪਹਿਲੇ ਰਾਜੇ ਕੌਣ ਹੈ? ਡਿਓਡੋਰਸ, ਠੀਕ ਹੈ ਜੀ। ਪਹਿਲਾ ਰਾਜਾ ਕੌਣ ਆ ਸਾਡੇ ਕੋਲੇ? ਡਿਓਡੋਰਸ ਆ। ਡਿਓਡੋਰਸ ਪਹਿਲੇ ਦਾ ਵਰਣਨ ਕੀਤਾ ਜੀ ਇਹਨਾਂ ਨੇ। ਕਲੀਅਰ ਹੈ ਜੀ? ਮਿਨਾਂਡਰ ਕਿਸ ਵੰਸ਼ ਦਾ ਸ਼ਾਸਕ ਸੀਗਾ? ਹੁਣ ਜੇ ਆਪਾਂ ਚਲਾ ਲਈਏ ਵੀ ਮਿਨਾਂਡਰ ਆ ਜਿਹੜਾ ਕਿਹੜੇ ਰਾਜਵੰਸ਼ ਦਾ ਸ਼ਾਸਕ ਸੀਗਾ? ਹੁਣ ਆਪਾਂ ਨੇ ਇੱਕ ਇੰਡੋ ਗ੍ਰੀਕ ਕੀਤਾ ਹੈਗਾ, ਠੀਕ ਹੈ ਜੀ। ਹੁਣ ਮਿਨਾਂਡਰ ਉੱਥੇ ਇੱਕ ਸ਼ਾਸਕ ਸੀਗਾ, ਉਹ ਕਿਹੜੇ ਰਾਜਵੰਸ਼ ਦਾ ਸੀਗਾ? ਮਿਨਾਂਡਰ ਬਾਰੇ ਆਪਣੇ ਗ੍ਰੰਥਾਂ ਦੇ ਵਿੱਚ ਵੀ ਵਰਣਨ ਆ, ਨਾਗਸੇਨ, ਠੀਕ ਹੈ ਜੀ, ਨੇ ਕੀਤਾ ਸੀਗਾ ਮਿਲਿੰਦਪਾਨੋ ਦੇ ਵਿੱਚ। ਇੰਡੋ ਗ੍ਰੀਕ, ਯੂਥੀਡੇਮਸ, ਯੂਕੇਟਾਈਡਸ ਜਾਂ ਫਿਰ ਪੱਲਵ, ਕਿਹਨਾਂ ਨੇ ਕੀਤਾ? ਕਿਹੜੇ ਰਾਜਵੰਸ਼ ਦਾ ਸੀ ਮਿਨਾਂਡਰ? ਇਹ ਮਿਨਾਂਡਰ ਆ ਜੀ ਸਾਡੇ ਕੋਲੇ ਯੂਥੀਡੇਮਸ, ਠੀਕ ਹੈ ਜੀ, ਇਹਦਾ ਸ਼ਾਸਕ ਸੀਗਾ, ਠੀਕ ਹੈ ਜੀ। ਯੂਥੀਡੇਮਸ ਆ ਜਿਹੜਾ ਵੰਸ਼ ਸੀਗਾ, ਇਹਦੇ ਵਿੱਚ ਮਿਨਾਂਡਰ ਦਾ ਸਮਾਂ ਕਾਲ ਹੈ 165 ਤੋਂ ਲੈ ਕੇ ਕਿੰਨੇ ਤੱਕ? 145 ਈਸਾ ਪੂਰਵ ਤੱਕ ਆ ਜੀ, ਠੀਕ ਹੈ। ਤੇ ਬੌਧ ਸਾਹਿਤ ਦੇ ਵਿੱਚ ਮਿਲਿੰਦ ਕਿਹਾ ਗਿਆ ਇਹਨੂੰ। ਬੌਧ ਸਾਹਿਤ ਦੇ ਵਿੱਚ ਕੀ ਕਿਹਾ ਗਿਆ? ਮਿਲਿੰਦ। ਬੌਧ ਸਾਹਿਤ ਦੇ ਵਿੱਚ ਇਹਨੂੰ ਕੀ ਬੋਲਿਆ ਗਿਆ ਜੀ? ਮਿਲਿੰਦ ਕਿਹਾ ਗਿਆ ਗਾ। ਸਮਝ ਲੱਗ ਗਈ ਜੀ? ਮਿਲਿੰਦ ਦੇ ਨਾਮ ਨਾਲ ਜਾਣਿਆ ਗਿਆ ਇਸ ਨੂੰ। ਮਹਾਯਾਨ ਸ਼ਾਖਾ ਦੇ ਵਿੱਚ ਕੀ ਕਿਹਾ ਗਿਆ ਇਹਨੂੰ? ਮਹਾਯਾਨ ਸ਼ਾਖਾ ਦੇ ਵਿੱਚ ਕਿਤਾਬ ਆ ਜਿਹੜੀ ਮਿਲਿੰਦਪਾਨੋ, ਨਾਗਸੇਨ ਦੀ ਦੇ ਵਿੱਚ ਵਰਣਨ ਇਹਦਾ ਹੈਗਾ ਗਾ ਲਿਖਿਆ ਹੋਇਆ, ਠੀਕ ਹੈ ਜੀ। ਮਿਲਿੰਦ ਦੇ ਸਿੱਕੇ ਸਾਡੇ ਕੋਲੇ ਕਿੱਥੇ? ਮਿਲਿੰਦ ਸ਼ਾਸਕ ਹੋਇਆ ਜਿਹੜਾ ਸਾਡੇ ਕੋਲੇ, ਜਿਹਨੂੰ ਆਪਾਂ ਮਿਨਾਂਡਰ ਕਿਹਾ ਗਿਆ, ਮਥੁਰਾ ਦੇ ਵਿੱਚ ਬੁੰਦੇਲਖੰਡ ਦੇ ਵਿੱਚ ਪ੍ਰਾਪਤ ਹੋਏ ਨੇ ਸਾਨੂੰ। ਸਮਝ ਲੱਗ ਗਈ ਜੀ? ਇਲਾਹਾਬਾਦ ਦੇ ਨੇੜੇ ਰੇਸਥਾਨ ਤੇ ਇਸ ਦਾ ਅਭਿਲੇਖ ਵੀ ਮਿਲਦਾ ਗਾ। ਰੇਸਥਾਨ ਤੇ ਇਹਦਾ ਅਭਿਲੇਖ ਵੀ ਮਿਲਦਾ ਜੀ, ਠੀਕ ਹੈ ਜੀ। ਮਿਲਿੰਦ ਦਾ ਉੱਤਰਾਧਿਕਾਰੀ ਸਟ੍ਰੈਟੋ
ਜਿਹੜਾ ਸਮਾਂ ਕਾਲ ਉਹਦਾ 145 ਤੋਂ ਲੈ ਕੇ 90 ਈਸਾ ਪੂਰਵ ਤੱਕ। ਸਟ੍ਰੈਟੋ ਦੀ ਨੇ ਇੱਕ ਉਪਾਧੀ ਧਾਰਨ ਕੀਤੀ ਸੀ ਸਾਡੇ ਕੋਲੇ ਸਟੋਰ ਦੀ, ਠੀਕ ਹੈ ਜੀ। ਸਟ੍ਰੈਟੋ ਦਾ ਉੱਤਰਾਧਿਕਾਰੀ ਕੀ ਆ? ਸਟ੍ਰੈਟੋ ਦੂਜਾ, ਠੀਕ ਹੈ ਜੀ। ਇਹ ਸਾਡੇ ਕੋਲੇ ਯੂਥੀਡੇਮਸ ਰਾਜਵੰਸ਼ ਦਾ ਸਾਡੇ ਕੋਲੇ ਕੁਝ ਗੱਲਾਂ ਨੇਗੀਆਂ, ਠੀਕ ਹੈ ਜੀ। ਡਿਟੇਲ ਵਿੱਚ ਜਾਣਨ ਲਈ ਤੁਸੀਂ ਐਪ 'ਤੇ ਆ ਸਕਦੇ ਹੋ, ਐਪ ਤੁਹਾਨੂੰ ਦਾ ਲਿੰਕ ਅੱਜ ਦੇ ਦਿੱਤਾ ਜਾਊਗਾ, ਠੀਕ ਹੈ ਜੀ। ਯੂਥੀਡੇਮਸ ਮਿਨਾਂਡਰ 165 ਤੋਂ ਲੈ ਕੇ 145 ਈਸਵੀ ਪੂਰਵ ਤੱਕ ਬੌਧ ਸਾਹਿਤ ਦਾ ਮਿਲਿੰਦ ਕਿਹਾ ਜਾਂਦਾ, ਇਹਨੂੰ ਮਿਲਿੰਦਨ ਕਿਹਾ ਜਾਂਦਾ। ਮਹਾਯਾਨ ਸ਼ਾਖਾ ਨਾਲ ਕੀ ਆ ਸਾਡੇ ਕੋਲੇ ਜੀ ਸੰਬੰਧ ਰੱਖਦੇ ਆ ਜਿਹੜੀ ਕਿਤਾਬ ਮਿਲਿੰਦ ਪਾਨੋ ਨਾਗਸੇਨ ਦੀ ਹੈਗੀ, ਠੀਕ ਹੈ ਜੀ। ਇਹਦੇ ਵਿੱਚ ਵਰਣਨ ਆ ਮਿਲਿੰਦ ਦੇ ਸਿੱਕੇ ਤੋਂ ਵੀ ਪਤਾ ਲੱਗਦਾ ਵੀ ਭਾਈ ਰਾਜ ਕੀਤਾ ਸੀ ਇਹਨਾਂ ਨੇ, ਕਾਬਲ ਤੋਂ, ਮਥੁਰਾ ਤੋਂ, ਬੁੰਦੇਲਖੰਡ ਤੋਂ ਮਿਲੇ ਨੇ। ਇਲਾਹਾਬਾਦ ਦੇ ਨੇੜੇ ਰੇਹ ਸਥਾਨ ਤੇ ਇਸ ਦਾ ਅਭਿਲੇਖ ਵੀ ਮਿਲਿਆ ਕਹਿੰਦੇ, ਇੱਥੋਂ ਵੀ ਪਤਾ ਲੱਗਦਾ ਜੀ ਸਾਡੇ ਕੋਲੇ ਮਿਲਿੰਦਨਾਥ ਮਿਨਾਂਡਰ ਬਾਰੇ, ਠੀਕ ਹੈ ਜੀ। ਮਿਲਿੰਦ ਸਾਹਿਤ ਦਾ ਮਿਲਿੰਦ ਦੇ ਉੱਤਰਾਧਿਕਾਰੀ ਵੀ ਆਪਾਂ ਪੜ੍ਹ ਲਏ। ਸਟ੍ਰੈਟੋ ਹੈਗਾ ਇਹਦਾ ਦੂਸਰਾ ਉੱਤਰ, ਸਟ੍ਰੈਟੋ ਦੂਜਾ, ਠੀਕ ਹੈ ਜੀ। ਹੁਣ ਗ੍ਰੀਕ ਦੇ ਦੂਜਾ ਵੰਸ਼ ਸਾਡੇ ਕੋਲੇ ਯੂਕੇਟਰਾਈਟਸ ਦੀ ਰਾਜਧਾਨੀ ਕਿਹੜੀ ਆ? ਗ੍ਰੀਕ ਰਾਜਵੰਸ਼ ਦੀ ਰਾਜਧਾਨੀ ਸਾਡੇ ਕੋਲੇ ਕਿਹੜੀ ਹੈਗੀ? ਕਿਹੜੀ ਹੈ ਜੀ? ਤਕਸ਼ਿਲਾ ਗੀ, ਦਿੱਲੀ ਆ, ਇਲਾਹਾਬਾਦ ਆ, ਜਾਂ ਸ਼ਾਕਲ ਆ? ਕਿਹੜੀ ਹੈ ਰਾਜਧਾਨੀ ਇਹਨਾਂ ਦੀ? ਹੁਣ ਇਹਨਾਂ ਦੀ ਰਾਜਧਾਨੀ ਜਿਹੜੀ ਗ੍ਰੀਕ ਦੇ ਦੂਜੇ ਰਾਜਵੰਸ਼ ਆ ਜਿਹੜਾ ਸਾਡੇ ਕੋਲੇ ਗ੍ਰੀਕ ਦਾ ਦੂਜਾ ਰਾਜਵੰਸ਼ ਯੂਕਰੇਟਾਈਟਸ ਹੋਇਆ ਹੈਗਾ, ਪਹਿਲਾਂ ਹੀ ਕਰ ਚੁੱਕੇ ਹਾਂ। ਉਹਨਾਂ ਦੀ ਰਾਜਧਾਨੀ ਕਿਹੜੀ ਹੈ? ਤਕਸ਼ਿਲਾ। ਗ੍ਰੀਕਾਂ ਨੇ ਦੋ ਭਾਗਾਂ ਵਿੱਚ ਵੰਡਿਆ ਸੀ, ਇੱਕ ਦੀ ਰਾਜਧਾਨੀ ਤਕਸ਼ਿਲਾ ਸੀਗੀ, ਠੀਕ ਹੈ, ਦੀ ਸ਼ਾਕਲ ਸੀ। ਪਹਿਲੀ ਦੀ ਰਾਜਧਾਨੀ ਸ਼ਾਕਲ ਸੀ, ਹੁਣ ਦੂਜੀ ਦੀ ਰਾਜਧਾਨੀ ਤਕਸ਼ਿਲਾ ਸੀ। ਤਕਸ਼ਿਲਾ ਜਿਹੜੀ ਸਾਡੇ ਕੋਲੇ ਯੂਕਰੇਟਾਈਟਸ ਨੇ ਇਸ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਤੇ ਭਾਰਤ 'ਤੇ ਕੀ ਕੀਤਾ ਸੀਗਾ? ਹਮਲਾ ਕੀਤਾ ਸੀਗਾ ਜੀ, ਠੀਕ ਹੈ ਜੀ। ਯੂਕਰੇਟਾਈਟਸ ਦੀ ਹੱਤਿਆ ਉਸ ਦੇ ਪੁੱਤਰ ਕਿਹਨੇ ਕੀਤੀ? ਹੈਲੀਓਕਲੀਜ਼ ਨੇ ਕੀਤੀ ਸੀਗੀ ਜੀ। ਯੂਕਰੇਟਾਈਟਸ ਦੀ ਹੱਤਿਆ ਕਿਹਨੇ? ਉਹਦੇ ਪੁੱਤਰ ਨੇ ਕਰਤੀ ਤੇ ਆਪਣੇ ਪਿਤਾ ਦੀ ਹੱਤਿਆ ਕਰਕੇ ਰਾਜਗੱਦੀ ਤੇ ਬੈਠਾ ਹੈ 159 ਤੋਂ 158 ਦੇ ਵਿੱਚ ਤੱਕ ਬੈਠਿਆ ਹੈ ਗੱਦੀ ਦੀ। ਇਸ ਵੰਸ਼ ਦਾ ਅੰਤਿਮ ਮਹਾਨ ਸ਼ਾਸਕ ਸੀਗਾ ਜਿਹੜਾ ਐਂਟੀਅਲ ਕਿਡਸ ਸੀਗਾ, ਅੰਤਿਮ ਮਹਾਨ ਸ਼ਾਸਕ ਸੀਗਾ ਜਿਹੜਾ ਅੰਤਿਮ ਸ਼ਾਸਕ ਆ ਜਿਹੜਾ ਉਹ ਕੌਣ ਸੀਗਾ? ਹਮੀਰਸ ਆ ਜਿਹੜਾ ਇਹਨਾਂ ਦਾ ਅੰਤਿਮ ਸ਼ਾਸਕ ਸੀਗਾ, ਕਿਹੜਾ ਆ? ਯੂਕਰੇਟਾਈਟਸ, ਠੀਕ ਹੈ ਜੀ। ਤਕਸ਼ਿਲਾ ਦੇ ਵਿੱਚ ਯੂਕਰੇਟਾਈਟਸ ਰਾਜਵੰਸ਼ ਸੀਗਾ ਜਿਹੜਾ, ਠੀਕ ਹੈ ਜੀ। ਹੁਣ ਯੂਕਰੇਟਾਈਟਸ ਦੇ ਸਮੇਂ ਪਰਥੀਅਨ ਦਾ ਸ਼ਾਸਕ ਕੌਣ ਸੀਗਾ? ਯੂਕਰੇਟਾਈਟਸ ਦੇ ਸਮੇਂ ਜੀ ਪਰਥੀਅਨ, ਠੀਕ ਹੈ ਜੀ, ਜਿਹਨੂੰ ਆਪਾਂ ਪੱਲਵ ਵੀ ਕਿਹਾ ਗਿਆ, ਠੀਕ ਹੈ ਜੀ। ਉਹਨਾਂ ਦਾ ਮੈਥੋਡੇਟਸ, ਮਿਲਿੰਦ, ਮਿਨਾਂਡਰ ਜਾਂ ਸੈਲਿਕਸ ਵੀ ਆਪਾਂ ਕਰ ਚੁੱਕੇ ਹਾਂਗੇ ਪਹਿਲਾਂ ਵੀਡੀਓ ਦੇ ਵਿੱਚ। ਮਿਨਾਂਡਰ ਵੀ ਪੜ੍ਹ ਚੁੱਕੇ ਹਾਂ, ਮਿਲਿੰਦ ਦਾ ਤੁਹਾਨੂੰ ਪਤਾ ਹੀ ਆ। ਹੁਣ ਰਹਿ ਕਿਹੜਾ ਹੈਗਾ? ਮੈਥੋਡੇਟਸ। ਇਹਦਾ ਆਨਸਰ ਕੀ ਹੈ? ਮੈਥੋਡੇਟਸ ਆ ਜੀ। ਮੈਥੋਡੇਟਸ ਪਰਥੀਅਨ ਵੰਸ਼ ਦਾ ਸਭ ਤੋਂ ਕੀ ਸੀਗਾ? ਪ੍ਰਸਿੱਧ ਸ਼ਾਸਕ ਸੀਗਾ, ਠੀਕ ਹੈ ਜੀ। ਪ੍ਰਸਿੱਧ ਸ਼ਾਸਕ ਕੌਣ ਇਹਨਾਂ ਦਾ? ਮੈਥੋਡੇਟਸ ਦਾ ਇਹਨਾਂ ਦਾ ਕੀ ਹੈਗਾ ਸਾਡੇ ਕੋਲੇ? ਸ਼ਾਸਕ ਸੀਗਾ ਸਮਕਾਲੀ ਜਿਹੜਾ ਪ੍ਰਸਿੱਧ ਸ਼ਾਸਕ ਹੈ ਗੌਂਡੋਫਰਨਾਜ਼ ਸੀਗਾ ਜਿਹੜਾ, ਠੀਕ ਹੈ ਜੀ। ਤੇ ਸੰਤ ਟਾਮਸ ਸੀਗਾ ਜਿਹੜਾ, ਇਹ ਗੌਂਡੋਫਰਨਾਜ਼ ਦੇ ਸਮੇਂ ਦਰਬਾਰ ਦੇ ਵਿੱਚ ਆਇਆ ਸੀ ਪ੍ਰਚਾਰ ਕਰਨ ਧਰਮ ਦਾ, ਈਸਾਈ ਧਰਮ ਦਾ, ਠੀਕ ਹੈ ਜੀ। ਭਾਰਤ ਵਿੱਚ ਕੁਸ਼ਾਨ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ? ਭਾਰਤ ਵਿੱਚ ਕੁਸ਼ਾਨ ਵੰਸ਼ ਦੀ ਸਥਾਪਨਾ ਸਾਡੇ ਕੋਲੇ ਆਪਾਂ ਤੁਹਾਨੂੰ ਪਹਿਲਾਂ ਵੀ ਪਤਾ ਹੋਊਗਾ ਇਹਨਾਂ ਦੇ ਬਾਰੇ ਤਾਂ, ਕੁਜੂਲ ਕੈਨਫਿਸਸ, ਵਿਮ ਕੈਨਫਿਸਸ, ਠੀਕ ਹੈ ਜੀ। ਕੈਨਫਿਸਸ ਦੂਜਾ ਜਾਂ ਫਿਰ ਡੈਮੇਟੇਰੀਅਸ ਨੇ। ਇੱਥੇ ਦਾ ਆਨਸਰ ਕੀ ਹੈ ਜੀ? ਕੁਜੂਲ ਕੈਨਫਿਸਸ ਨੇ ਕੀਤੀ ਸੀਗੀ। ਕੁਜੂਲ ਕੈਨਫਿਸਸ ਪਹਿਲੇ ਨੇ ਸੱਤਾ ਜਿਹੜੀ ਸੰਭਾਲੀ ਸੀ ਉਹ ਕਿੱਥੇ ਸੰਭਾਲੀ? ਕਾਬਲ ਤੇ ਕੰਧਾਰ ਦੇ ਵਿੱਚ ਸੰਭਾਲੀ ਸੀਗੀ ਜੀ। ਤੇ ਸਿੱਕੇ ਤਕਸ਼ਿਲਾ ਤੋਂ ਪ੍ਰਾਪਤ ਹੋਏ ਨੇ, ਇਹਦੇ ਸਿੱਕਿਆਂ ਤੋਂ ਪਤਾ ਲੱਗਦਾ ਗਾ। ਸਿੱਕਿਆਂ ਵਿੱਚ ਇਸ ਨੂੰ ਮਹਾਰਾਜਾ ਧਿਰਾਜ ਕਿਹਾ ਗਿਆ। ਸਿੱਕਿਆਂ ਵਿੱਚ ਕੀ ਕਿਹਾ ਗਿਆ? ਇਹਨੂੰ ਮਹਾਰਾਜਾ ਧਿਰਾਜ ਕਿਹਾ ਗਿਆ। ਸਿੱਕਿਆਂ ਤੋਂ ਪਤਾ ਲੱਗਦਾ ਕਿ ਬੁੱਧ ਤੇ ਜੈਨ ਧਰਮ ਦੇ ਕੀ ਸੀਗੇ? ਅਨੁਯਾਈ ਸੀਗੇ, ਠੀਕ ਹੈ ਜੀ। ਕੁਜੂਲ ਕੈਨਫਿਸਸ ਦਾ ਉੱਤਰਾਧਿਕਾਰੀ ਕਿਹੜਾ ਹੈ? ਕੁਜੂਲ ਕੈਨਫਿਸਸ ਦੂਜਾ ਵੀ ਹੈ ਨਾ, ਕਦ ਫਿਸਸ ਦੂਸਰਾ ਵੀ ਬੋਲਦੇ ਹਨ, ਠੀਕ ਹੈ ਜੀ। ਸੱਕ ਸੰਮਤ ਕਿਸ ਨੇ ਸਟਾਰਟ ਕੀਤਾ ਸੀਗਾ ਜੀ? ਸੱਕ ਸੰਮਤ ਸਟਾਰਟ ਕਰਨ ਵਾਲਾ ਕੌਣ ਆ? ਇਹਦਾ ਆਨਸਰ ਕਿਹੜਾ ਗਾ? ਕੁਜੂਲ ਕੈਨਫਿਸਸ ਦਾ, ਵਿਮ ਕੈਨਫਿਸਸ ਦਾ ਕੌਣ ਆ? ਕਨਿਸ਼ਕ ਆ, ਠੀਕ ਹੈ ਜੀ। ਇਹਦਾ ਆਨਸਰ ਕੀ ਹੈ? ਸੱਕ ਸੰਮਤ ਕਿਹਨੇ ਜਾਰੀ ਕੀਤਾ ਸੀ? ਕਨਿਸ਼ਕ ਨੇ ਜੀ, ਠੀਕ ਹੈ ਜੀ। ਕਨਿਸ਼ਕ ਨੇ ਜਾਰੀ ਕੀਤਾ ਗਾ। ਕਨਿਸ਼ਕ ਨੇ ਸੱਕ ਸੰਮਤ ਜਾਰੀ ਕਦੋਂ ਕੀਤਾ ਸੀਗਾ? 78 ਈਸਾ ਪੂਰਵ ਦੇ ਵਿੱਚ, ਠੀਕ ਹੈ ਜੀ। ਭਾਰਤ ਸਰਕਾਰ ਦੁਆਰਾ ਇਹ ਪ੍ਰਯੋਗ ਕੀਤਾ ਜਾਂਦਾ ਜਿਹੜਾ ਸੱਕ ਸੰਮਤ ਆ, ਕਲੀਅਰ ਹੈ ਜੀ। ਬੋਧੀ ਸਭਾ ਦੇ ਵਿੱਚ ਚੌਥੀ ਬੋਧੀ ਸਭਾ ਦਾ ਆਯੋਜਨ ਕਰਵਾਇਆ ਸੀਗਾ ਕਿਹਨੇ? ਕਨਿਸ਼ਕ ਨੇ, ਠੀਕ ਹੈ ਜੀ। ਬੁੱਧ ਧਰਮ ਦੀ ਮਹਾਯਾਨ ਸ਼ਾਖਾ ਨੂੰ ਅੰਤਿਮ ਰੂਪ ਦਿੱਤਾ ਸੀਗਾ ਕਿਹਨੇ? ਕਨਿਸ਼ਕ ਨੇ, ਠੀਕ ਹੈ ਜੀ। ਕਲਾ ਤੇ ਸਾਹਿਤ ਦਾ ਮਹਾਨ ਸੁਰੱਖਿਅਕ ਵੀ ਬੋਲਿਆ ਗਿਆ ਇਹਨੂੰ, ਕਨਿਸ਼ਕ ਨੂੰ। ਤੇ ਕਨਿਸ਼ਕ ਦੇ ਉੱਤਰਾਧਿਕਾਰੀ ਹੋਵਿਕਸ ਸੀਗਾ, ਠੀਕ ਹੈ ਜੀ, ਹੋਵਿਕਸ। ਰੁਦਰਦਮਨ ਪਹਿਲਾ ਕਿਸ ਰਾਜਵੰਸ਼ ਦਾ ਸੀਗਾ? ਰੁਦਰਦਮਨ ਪਹਿਲਾ ਗਾ ਜਿਹੜਾ ਉਹ ਕਿਹੜੇ ਰਾਜਵੰਸ਼ ਦਾ ਸੀਗਾ? ਠੀਕ ਹੈ ਜੀ। ਗੁਪਤ ਦਾ, ਮੌਰੀਆ ਦਾ, ਸ਼ੱਕ ਦਾ, ਪਰਥੀਅਨ ਦਾ। ਹੁਣ ਤੱਕ ਆਪਾਂ ਜਿਹੜੇ ਪੜ੍ਹ ਲਏ ਉਹ ਵਿਦੇਸ਼ੀ ਰਾਜੇ ਪੜ੍ਹ ਲਏ। ਹੁਣ ਜਿਹੜੇ ਪੜ੍ਹਨ ਜਾ ਰਹੇ ਆਪਾਂ ਭਾਰਤੀ ਰਾਜੇ ਪੜ੍ਹਨ ਜਾ ਰਹੇ ਹਾਂ। ਰੁਦਰਦਮਨ ਪਹਿਲਾ ਕਿਹੜੇ ਦਾ ਸਾਡੇ ਕੋਲੇ?
शक, ठीक है जी, शक राजवंश का उत्तराधिकारी है, ठीक है जी। शक राजवंश का कौन आ? रुद्रदमन पहला। शक्कां का नियंत्रण कंधार ते बलोचिस्तान दे विच सीगा, ठीक है जी। भारत में शक्कां दी 5 शाखां प्रचलित हो चुकियां सी। किहड़ियां? पहली शाखा अफगानिस्तान दे विच सी, दूजी पंजाब दी तक्षशिला दे विच सी, तीजी शाखा मथुरा दे विच सी, चौथी शाखा पश्चिमी भारत दे विच सी, पंजवीं शाखा दक्षिणी भारत दे विच वस चुकी सी। कितनी शाखा सीगियां? शक्कां दीयां 5 शाखा सीगियां, ठीक है जी। उज्जैन के एक राजे ने शक्कां नूं हरा के विक्रमादित्य की उपाधि धारण की सी। किन्ने दे विच? 57 ईसा पूर्व दे विच विक्रमादित्य की उपाधि धारण की सी। इस तो बाद कहते विक्रमादित्य की उपाधियां ने जिहड़ियां साडे कोले राजे दीयां पसंदीदा उपाधियां बन गईयां सी। 14 विक्रमादित्य बारे पता लग्या सानूं। किन्ने विक्रमादित्य बारे पता लग्या? 14 विक्रमादित्य बारे पता लग्या, ठीक है जी। सब तो शक्तिशाली राजा कौन सीगा? रुद्रदमन पहला, ठीक है जी। 130 तो 150 तक इहदा समां काल रहा गा। ते सब तो पहला संस्कृत भाषा दे विच जूनागढ़ अभिलेख भी लिखाया सीगा शक्का ने, रुद्रदमन पहले ने। शक्का का अंतिम शासक रुद्र सिंह दूजा होयागा। गुप्त शासकों ने शक्का नूं अपने साम्राज्य विच मिला लिया सी, ठीक है जी। ये शक्का बारे जानकारी आ, डिटेल विच तुहानूं मैं दस ही दिता। मौर्य साम्राज्य दे पतन तो बाद किस राजवंश की सत्ता संभाली आ? मौर्य साम्राज्य के पतन तो बाद किन्हां ने सत्ता संभाली आ? सुंग ने, कणव ने, सतवाहन ने, या वाकाटक ने? तो पहला क्या दस के भी आप हुण तक जिहड़े किते विदेशी कर ले, ठीक है जी। हुण जिहड़ा करन जा रहे आपां वो किहड़ा करन जा रहे हैं? भारती। पिछले क्वेश्चन दे विच दस्सिया तुहानूं। बाद विच किस वंश ने सत्ता संभाली है? सुंग वंश ने, कणव ने, सतवाहन ने, या वाकाटक ने? किन्ने संभाली आ? सुंग वंश ने। किन्ने संभाली आ जी? सुंग वंश ने सत्ता संभाली आ मौर्य साम्राज्य के पतन तो बाद। सुंग वंश का संस्थापक कौन है? पशुमित्र सुंग। पशुमित्र ने किहड़े वंश के राजे नूं, मौर्य वंश के आखिरी राजे नूं किहड़े नूं मारिया सीगा? कमेंट बॉक्स के कमेंट करियो, ठीक है जी। पहला ब्राह्मण वंश सीगा पशुमित्र सुंग ने सुंग वंश, दूजा कणव, तीजा सतवाहन, चौथा वाकाटक। ये ब्राह्मण सीगे भारत के, ठीक है जी। राजधानी सुंगां दी विदिशा सीगी, विदिशा। भरत स्तूप दे विच निर्माण करवाया सी इन्हां ने, सुंगां ने। वशुमित्र जिहड़ा पशुमित्र का पोतरा सीगा ने इंडो ग्रीक शासकां मिनांडर नूं की कीता सीगा? हराया सीगा जी। ये भी याद रखना तुसीं। सुंग वंश का अंतिम शासक कौन आ? साडे कोले देवभूति आ, ठीक है जी। सुंग वंश बारे पतंजलि के महाभाष्य, पुराणा, कालीदास ते मालविकांगनी मित्र, या फिर बाणभट्ट की हर्षचरित, ठीक है जी। तारानाथ द्वारा रचित बुद्ध धर्म के इतिहास बारे पता लगता। इन्हां बारे सानूं कोले सुंग वंश नूं इन्हां बुकां तो पता लगता जी, ठीक है जी। वासुदेव ने देवभूति की हत्या करके किस राजवंश की नींह रखी आ? वासुदेव ने किहदी देवभूति की हत्या करके किहड़े राजवंश की? देवभूति किहड़े राजवंश दा सीगा? ठीक है जी। वासुदेव ने देवभूति की हत्या करके किस राजवंश की नींह रखी सीगी? कणव की। वासुदेव कणव, ठीक है जी। कणव राजवंश संस्थापक कौन है? कणव का वासुदेव आ। आखिरी शासक कौन है कणवां दा? सुशर्मा जी। सुशर्मा की हत्या किहने की? सिमुक ने की। सिमुक किहड़े राजवंश का गा? ये भी तुसीं कमेंट बॉक्स के कमेंट करियो। गौतमी पुत्र सतकर्णी किस राजवंश का महान शासक सीगा? गौतमी पुत्र सतकर्णी है जिहड़ा किहड़े वंश का महान शासक? साडे कोले सुंग दा, कणव दा, सतवाहन दा, या फिर वाकाटक दा? किहड़े राजवंश का जी? ठीक है जी। गौतमी पुत्र सतकर्णी किस राजवंश का महान शासक सीगा? साडे कोले सतवाहन राजवंश का। किहड़े राजवंश का? सतवाहना दा जी, ठीक है जी। संस्थापक आ जिहड़ा साडे कोले सिमुक ने 60 ईस्वी पूर्व दे विच कणव राजवंश दे शासक सुशर्मा नूं मार के कीती सीगी। सिमुक ने जिहड़ा हत्या करके, ठीक है, सिमुक 600 ईसा पूर्व दे विच 60 ईसा पूर्व दे विच कणव राजवंश की शासक सुशर्मा नूं मार के गद्दी ते बह गया सीगा। ते राजधानी इहदी प्रतिष्ठान आ। राजधानी किहड़ी इन्हां दी? प्रतिष्ठान आ जी। अंतिम शासक कौन है इन्हां दा? जे आ जावे जगश्री सतकर्णी। कौन है अंतिम शासक? जगश्री सतकर्णी आ। भाषा किहड़ी नहीं? प्रकृतक आ। भाषा किहड़ी आ? प्रकृतक आ। लिपि किहड़ी इन्हां दी? ब्राह्मणी आ, ठीक है जी। सतवाहना दी। सिक्के शीशे दे चलाए सी इन्हां ने, ठीक है जी। करले, चैत्य, लौरा दी गुफावां तो सानूं कहंदे ते अमरावती स्तूप तो इन्हां बारे जानकारी मिलती है। सतवाहना बारे जी मतलब कि इन्नी जानकारी आ ऐप दे विच इदों भी वध दूंगा, ठीक है जी। सतवाहना के पतन तो बाद किस वंश का उदय होया? सतवाहना के पतन तो बाद किहड़े राजवंश का उदय होया? सुंग दा, कणव दा, सतवाहन दा, फिर वाकाटक दा। सतवाहना तो बाद, ठीक है जी, किहड़े राजवंश चलिया? साडे कोल वाकाटक। किहड़ा राजवंश चलिया? वाकाटक। वाकाटक का संस्थापक कौन होगा? विद्याशक्ति, ठीक है जी। राजधानी नंदीवर्धन, बरार।
जाति किहड़ी सी इन्हां दी ब्राह्मण सीगी, ठीक है जी। शासक किहड़े ने, विद्या शक्ति, प्रवरसेन, रुद्रसेन पहला, पृथ्वीसेन पहला, रुद्रसेन दूजा, दिवाकर सेन, दमोदर पृथ्वीसेन दूसरा, ठीक है जी। ये इन्हां दे साडे कोले वाकटक दे शासक ने जी, ठीक है जी। अगला प्रश्न है जी, कलिंग विच किस राजवंश का अधिकार सी? कलिंग दे विच किस राजवंश का अधिकार सी? सुंग राजवंश का सीगा, कणव का सीगा, चेंदी चंदेल जां फिर चेत बोलदे आ उन्हां नूं आपां उन्हां दा सीगा, जां फिर चौलां दा सीगा? किहड़े राजवंश का अधिकार सीगा? कलिंग दे विच चेत जां चेंदी चंदेल ने जिहड़े उन्हां दा राज सीगा, ठीक है जी। हुण चेंदी राज विच एक कलचूरी वाले चेंदी होए ने, वो तुसीं चेंदी नहीं समझ लाना इन्हां नूं, ठीक है जी। वो मध्यकाल दे ने कि मुगलों तो पहलां दे, ठीक है जी। इत्थे तुसीं वो नहीं समझ लैणे। ये चेंदी साडे कोल प्राचीन भारत विच कलिंग दे विच राज चल रहा सी, खारेवाल वाला, ठीक है जी। चेंदी चेत आ जिहड़ा साडे कोले संस्थापक इन्हां दा कौन हैगा? संस्थापक कौन है इन्हां दा? महामेघ वाहन। महामेघ वाहन कौन आ जा संस्थापक आ किन्हां दा? चेंदी राजवंश दा जी, ठीक है, याद रखियो। महामेघ वाहन आ जिहड़ा ने इंडो ग्रीक शासक डेमेटेरियस पहले नूं कहंदे भारत चों बाहर कढ़ता सीगा, ठीक है जी। देखो कलिंग दे विच उड़ीसा दे विच राज कर रहे सीगे, इत्थे राज कर रहा सी कलिंग दे विच, उरे भारत चों बाहर कढ़िया सीगा साडे कोले किहनूं? डेमेटेरियस पहले नूं। सब तो महत्वपूर्ण शासक इन्हां दा कलिंग दे राज दे विच जिहड़ा इत्थे राज कर रहा सी कलिंग, उरे इत्थे आ पिया कलिंग इत्थे, ठीक है जी। ते खारेवाल महत्वपूर्ण राज कौन आ? राजा कौन आ? खारेवाल। खारेवाल ने हाथी गुफा अभिलेख लिखवाया सी, की लिखवाया सीगा ने? हाथी गुफा अभिलेख लिखवाया सीगा जी। हाथी गुफा अभिलेख दे विच खारेवाल दे आरंभ तो कहंदे 13 सालां दा वर्णन आ। हाथी गुफा अभिलेख दे विच आरंभ तो लैके साडे कोले राजे खारेवाल दे 13 सालां दा वर्णन लिखिया होया हाथी गुफा अभिलेख दे विच। खारेवाल किहनूं मनदा सीगा? जैन धर्म दा की सीगा जी ये खारेवाल? अनुयायी सीगा, ठीक है जी। ते नैक्सट प्रश्न आ जिहड़ा, भारतीय इतिहास दे विच पहला सोने दे सिक्के किसने जारी कीते सी? भारतीय इतिहास दे विच पहला सोने दे सिक्के जारी करने वाले कौन ने जी? सुंग ने, कणव ने, इंडो ग्रीक्स ने जां फिर चौल ने? कौन नेगे ये? साडे कोले जिहड़े भारतीय इतिहास दे विच सोने दे सिक्के जारी करने वाले ने वो हैगे ने साडे कोले इंडो ग्रीक्स, ठीक है जी। इंडो ग्रीक्स ने जिहड़े ने धातुआं दे सिक्के, किहड़े-किहड़े धातुआं दे सिक्के जारी कीते सीगे? सोने दे कीते ने, चांदी दे कीते ने जां फिर तांबे दे कीते ने। इंडो ग्रीक्स शासक पोतेलेया ने सीसे दे सिक्के जारी कीते सीगे, ठीक है जी। ये भी याद रखना गा। सतवाना द्वारा जारी किए सिक्के ने जिहड़े उन्हां दा नाम की हैगा? रूपम सिक्के। सतवाना ने रूपम सिक्के जारी किए सीगे, ठीक है जी। सिक्कियां दे एक प्रश्न मैं तुहानूं दसदा हुन्ना भी एक प्रश्न दे नाल तुहानूं घट्टो घट्ट 10 प्रश्नां दे जिहड़ा आंसर नाल रिलेटेड पा दिते जांदे ने। इस करके 25 क्वेश्चनां दे जे आपां 10 लाइए 10 क्वेश्चन तां 250 क्वेश्चन घट्टो घट्ट तुहानूं एक वीडियो दे विच मिलणगे, ठीक है जी। बिलिहारी प्रस्तुत अभिलेख किस शासक दा गा? युवराज देव दा, चंद दा, खारेवाल दा, जशो धर्मन दा? किहदा गा साडे बिलिहारी? यह हैगा बिलिहारी जांदा गा युवराज। युवराज दे अज भी आपां की जाने बिलिहारी जाने हैं, ठीक है जी। बिलिहारी प्रस्ताव युवराज देव दा गा। महरौली स्तंभ लिखा महरौली, महरौली महरोलती किने रोलती? चंद्र ने, ठीक है जी। महरौली महरोलती किने रोलती? चंद्र ने। हाथी गुफा अभिलेख, हाथी की हुंदा? खारा, ठीक है। हाथी खारेवाल दा गा। हाथी की हुंदा गा? खारा हुंदा गा। मंदसौर अभिलेख, मंदसौर मंदा कौन बोलदा? जशोधर्मन। धर्म नूं कहंदे मंदा नहीं बोलना चाहिए, इस करके मंदसौर ऐ याद रख लो, जशोधर्मन। ते गुरुड़ स्तंभ लेख आ जिहड़ा गुरुड़ काशीपुत्र भागभद्र दा, ठीक है जी। गुरुड़ गुरुड़ तो गुड़ याद रख लियो, ठीक है जी। काशीपुत्र जिहड़ा पुत्र आ जिहड़ा गुड़ खांदा गा भागां वाला गा, ठीक है जी। किहड़ा गा? गुरुड़ स्तंभ लेख आ जिहड़ा गुड़ खांदा काशीपुत्र भागभद्र, ठीक है जी। याद रख लो इस तरह। इन्हां जिहड़ा ये समा सीगा 250 ईसा पूर्व तो लैके, ठीक है जी।
ਉਹ ਸਮਾਂ ਸੀਗਾ ਜਿਹੜਾ, ਇਹ ਉਹ ਸਮੇਂ ਦੇ ਅਭਿਲੇਖਾਂ ਤੋਂ ਜਾਣਕਾਰੀ ਸਾਨੂੰ ਮਿਲਦੀ ਆ ਵੀ ਉਹ ਸਮਾਂ ਇਸ ਤਰ੍ਹਾਂ ਦਾ ਸਮਾਂ ਸੀ, ਆਹ ਰਾਜੇ ਸੀਗੇ ਕੰਮ ਕਰਦੇ ਉੱਥੇ, ਤੇ ਕਿਵੇਂ ਕਰਦੇ ਸੀਗੇ, ਠੀਕ ਹੈ ਜੀ, ਕਿਵੇਂ ਉਹਨਾਂ ਨੇ ਆਪਦੇ ਰਾਜਵੰਸ਼ ਸਥਾਪਿਤ ਕੀਤੇ ਸੀ। ਇੱਕ ਨਾਰਮਲ ਪਰਸਨ ਸੀਗਾ ਜਿਹੜਾ, ਉਹ ਵੀ ਰਾਜਾ ਬਣ ਸਕਦਾ ਸੀਗਾ, ਉਹ ਇਹਨਾਂ ਤੋਂ ਪਤਾ ਲੱਗਦਾ ਵੀ ਕਿਵੇਂ ਬਣਦੇ ਸੀਗੇ ਰਾਜੇ ਉਹ, ਠੀਕ ਹੈ ਜੀ। ਨਰਾਇਣ ਕਿਸ ਰਾਜਵੰਸ਼ ਦਾ ਰਾਜਾ ਸੀ? ਨਰਾਇਣ। ਨਰਾਇਣ ਕਿਹਦਾ? ਕਣਵ ਦਾ, ਚੇਂਦੀ ਦਾ, ਸੁੰਗ ਦਾ, ਫਿਰ ਸਤਵਾਨਾ ਦਾ। ਨਰਾਇਣ ਕਿਹਦਾ ਰਾਜਾ ਹੋਇਆ ਜੀ? ਨਰਾਇਣ ਸਾਡੇ ਕੋਲੇ ਰਾਜਾ ਹੋਇਆ ਕਣਵ ਰਾਜਵੰਸ਼ ਦਾ। ਹੁਣ ਕਣਵ ਰਾਜਵੰਸ਼ ਬਾਰੇ ਜੇ ਅੱਗੇ ਪ੍ਰਸ਼ਨ ਕਰਨੇ ਹੁਣ, ਨਰਾਇਣ ਕਣਵ ਦਾ ਕੌਣ ਹੈਗਾ? ਨਰਾਇਣ। ਦੋ ਪ੍ਰਸ਼ਨ ਇਹ ਹੋ ਗਏ। ਅਗਨੀਮਿੱਤਰ ਕਿਹਦਾ ਗਾ? ਸੁੰਗ ਵੰਸ਼ ਦਾ ਗਾ। ਇਹ ਤੇ ਵੀ ਪ੍ਰਸ਼ਨ ਬਹੁਤ ਪਾਉਂਦੇ ਨੇ, ਅਗਨੀਮਿੱਤਰ ਕਿਹੜੇ ਰਾਜਵੰਸ਼ ਦਾ? ਸੁੰਗ ਦਾ। ਖਾਰੇਵਾਲ ਕਿਹਦਾ ਗਾ? ਚੇਦੀ ਰਾਜਵੰਸ਼ ਦਾ ਗਾ। ਤੇ ਸ਼ਤਕਰਨੀ ਕਿਹਦਾ ਗਾ? ਸਤਵਾਨਾ ਦਾ ਗਾ, ਠੀਕ ਹੈ ਜੀ। ਮਥੁਰਾ ਸਤੰਭ ਲੇਖ ਕਿਸ ਸ਼ਾਸਕ ਦਾ ਗਾ? ਮਥੁਰਾ ਸਤੰਭ ਲੇਖ ਕਿਹੜੇ ਸ਼ਾਸਕ ਦਾ ਸਾਡੇ ਕੋਲੇ? ਕਨਿਸ਼ਕ ਦਾ, ਹੋਬਿਕਸ ਦਾ, ਖਾਰੇਵਾਲ ਦਾ, ਜਿਵੇਂ ਰੁਦਰਦਮਨ ਦਾ। ਕਿਹਦਾ ਗਾ ਇਹ ਮਥੁਰਾ ਸਤੰਭ ਲੇਖ ਸਾਡੇ ਕੋਲੇ? ਕਿਹਦਾ ਗਾ? ਹੋਬਿਕਸ ਦਾ ਜੀ, ਠੀਕ ਹੈ ਜੀ। ਮਥੁਰਾ ਸਤੰਭ ਲੇਖ ਕਿਹਦਾ ਗਾ? ਹੋਬਿਕਸ ਦਾ। ਸਾਰਨਾਥ ਦਾ ਬੁੱਧ ਪ੍ਰਤਿਮਾ ਕਿਹਦੀ ਆ? ਕਨਿਸ਼ਕ ਦੀ ਆ। ਸਾਰਨਾਥ ਦੀ ਬੁੱਧ ਪ੍ਰਤਿਮਾ ਕਿਹਦੇ ਨਾਲ ਸੰਬੰਧਿਤ ਆ? ਕਨਿਸ਼ਕ ਨਾਲ। ਵੇਸਨਗਰ ਦਾ ਜਿਹੜਾ ਗੁਰੜ ਸਤੰਭ ਲੇਖ ਆ ਉਹ ਕਿਹਦੇ ਨਾਲ ਆ? ਹੈਲੀਓਡੋਰਸ ਨਾਲ ਆ, ਠੀਕ ਹੈ। ਜੂਨਾਗੜ੍ਹ ਅਭਿਲੇਖ ਕਿਹਦੇ ਨਾਲ ਸੰਬੰਧਿਤ ਆ? ਰੁਦਰਦਮਨ ਨਾਲ। ਜੂਨਾਗੜ੍ਹ ਕਿਹਦੇ ਨਾਲ ਆ? ਰੁਦਰਦਮਨ ਨਾਲ ਆ ਜੀ। ਇਸ਼ਵਾਕੂ ਰਾਜਵੰਸ਼ ਦੀ ਰਾਜਧਾਨੀ, ਹੁਣ ਇਸ਼ਵਾਕੂ ਰਾਜਵੰਸ਼ ਹੋਇਆ ਸਾਡੇ ਕੋਲ ਇੱਕ, ਉਹਦੀ ਰਾਜਧਾਨੀ ਕਿਹੜੀ ਆ? ਧਨੇਕਟਿਕ, ਕਾਂਚੀਪੁਰਮ, ਪ੍ਰਭਸੇਨ ਜਾਂ ਫਿਰ ਇਸਤਦੰਤ। ਕਿਹੜੀ ਰਾਜਧਾਨੀ ਉਹਨਾਂ ਦੀ? ਜਿਹੜੀ ਇਸ਼ਵਾਕੂ ਰਾਜਵੰਸ਼ ਦੀ ਰਾਜਧਾਨੀ ਹੈ ਧਨੇਕਟਿਕ ਆਏਗੀ। ਕਿਹੜੀ ਹੈਗੀ? ਧਨੇਕਟਿਕ, ਠੀਕ ਹੈ ਜੀ। ਧਨੇਕਟਿਕ ਇਸ਼ਵਾਕੂਆਂ ਦੀ ਰਾਜਧਾਨੀ ਹੈ। ਜੇ ਹੋਰ ਰਾਜਧਾਨੀਆਂ ਕਰਨੀਆਂ ਹੁਣ ਕਿਹੜੇ ਕਿਹੜੇ ਦੀਆਂ ਕਰਨੀਆਂ? ਪ੍ਰਭਰਸੇਨ ਵਾਕਾਟਕ ਦੀ ਆ, ਜਾਂ ਫਿਰ ਕਾਂਚੀਪੁਰਮ ਪੱਲਵਾਂ ਦੀ ਆ, ਠੀਕ ਹੈ ਜੀ। ਇਸਤਰਦੱਤ ਕਿਹਦੀ ਆ? ਅਬੀਰ ਦੀ ਆ। ਇਹ ਰਾਜਧਾਨੀਆਂ ਸਾਡੇ ਕੋਲੇ, ਜਿਨ੍ਹਾਂ ਨੇ ਆਪਾਂ ਕਦੇ ਪੜ੍ਹਦੇ ਨਹੀਂ ਗਏ ਰਾਜਵੰਸ਼ਾਂ ਬਾਰੇ, ਉਹਨਾਂ ਬਾਰੇ ਜਾਣਕਾਰੀ ਲੈ ਕੇ ਆਏ ਆ। ਗੌਂਡ ਫਰਨਾਂਡਿਸ ਦਾ ਜਿਹੜਾ, ਗੋਂਡੋ ਫਰਨਾਂਡਿਸ ਦਾ ਜਿਹੜਾ ਕਿਹੜੇ ਰਾਜਵੰਸ਼ ਦਾ ਸ਼ਾਸਕ ਆ ਜਿਹੜਾ? ਇਹ ਤੇ ਵੀ ਪ੍ਰਸ਼ਨ ਆ ਜਾਂਦੇ। ਪੱਲਵਾਂ ਦਾ ਗਾ, ਕੁਸ਼ਾਨਾ ਦਾ, ਚਿਸ਼ਤਨ ਦਾ ਗਾ, ਕਿਹੜੇ, ਜਾਂ ਫਿਰ ਕਿਸੇ ਦਾ ਵੀ ਹੈ ਨਹੀਂ ਗਾ। ਇਹਦਾ ਆਨਸਰ ਕੀ ਆਊਗਾ ਜੀ? ਗੌਂਡ ਫਰਨਾਂਡਿਸ ਦਾ ਜਿਹੜਾ, ਇਹ ਸਾਡੇ ਕੋਲੇ ਪੱਲਵਾਂ ਦਾ ਸ਼ਾਸਕ ਆ, ਠੀਕ ਹੈ ਜੀ। ਵਿਮਕ ਐਂਡ ਫਿਸ਼ਸ ਕਿਹਨਾਂ ਦਾ ਗਾ? ਇਹ ਵੀ ਪ੍ਰਸ਼ਨ ਪੁੱਛ ਲਿੱਤਾ ਜਾਂਦਾ ਗਾ। ਕੁਸ਼ਾਨਾ ਦਾ ਗਾ, ਠੀਕ ਹੈ ਜੀ। ਜਸ਼ੋ ਮਤਿਕ ਕਿਹਨਾਂ ਦਾ? ਚੇਟਨ ਰਾਜਵੰਸ਼ ਦਾ ਗਾ, ਠੀਕ ਹੈ ਜੀ। ਅੱਗੇ ਕਣਵ ਰਾਜਵੰਸ਼ ਦਾ ਸੰਸਥਾਪਕ ਕੌਣ ਆ? ਕਣਵਾ ਦਾ ਸੰਸਥਾਪਕ ਸਾਡੇ ਕੋਲੇ ਕਣਵ ਦਾ। ਕਾਣਾ ਕੌਣ ਆ? ਯਾਦ ਰੱਖ ਲਓ, ਕਾਣਾ ਕੌਣ ਆ? ਵਾਸ਼ੂਦੇਵ। ਕਾਣਾ ਕੌਣ ਆ? ਵਾਸ਼ੂਦੇਵ। ਕਣਵੰਸ਼ ਦਾ ਰਾਜ ਸੰਸਥਾਪਕ ਵਾਸ਼ੂਦੇਵ ਆ, ਠੀਕ ਹੈ ਜੀ। ਕਣਵੰਸ਼ ਦਾ ਵਾਸੂਦੇਵ। ਸੁੰਗ ਪਸ਼ੂਮਿੱਤਰ ਸੁੰਗ ਆਗਾ। ਸਤਵਾਹਨ ਦਾ ਸਿਮਕ ਆ। ਕੁਸ਼ਾਨਾ ਦਾ ਕਜੂਲ ਐਂਡ ਫਿਸ਼ਸ ਦਾ ਸੰਸਥਾਪਕ। ਇਹ ਸੰਸਥਾਪਕਾਂ ਦੇ ਇੱਕ ਪ੍ਰਸ਼ਨ ਬਣ ਗਿਆ ਜੀ ਇੱਕ। ਹੁਣ 1 2 3 4 5 6 7 8 ਪ੍ਰਸ਼ਨ ਬਣ ਜਾਣਗੇ ਇੱਕ ਚੋਂ, ਠੀਕ ਹੈ ਜੀ। 8 ਤੋਂ ਲੈ ਕੇ 10 ਤੱਕ ਪ੍ਰਸ਼ਨ ਇੱਕ ਸਲਾਈਡ ਦੇ ਵਿੱਚੋਂ ਬਣ ਜਾਂਦੇ ਨੇ, ਵੱਧ ਵੀ ਬਣਾ ਦਿੰਦੇ ਆਪਾਂ, ਜਾਣਕਾਰੀ ਤੁਹਾਨੂੰ ਐਸੀ ਸਟੀਕ ਦਿੰਦੇ ਆ, ਠੀਕ ਹੈ ਜੀ। 1400 ਚਾਂਦੀ ਦੇ ਸਿੱਕੇ ਜਿਹੜੇ ਪ੍ਰਾਪਤ ਹੋਏ ਨੇ, ਜੋਗਲਮ ਪੰਬੀ ਢੇਰ, ਜੋਗਲਮ ਬੰਬੀ ਢੇਰ ਜਿਹੜਾ ਮਹਾਰਾਸ਼ਟਰ ਤੋਂ ਪ੍ਰਾਪਤ ਹੋਇਆ, ਉੱਥੋਂ ਪ੍ਰਾਪਤ ਹੋਏ ਨੇ, ਕਿਹੜੇ ਸ਼ਾਸਕ ਦੇ ਨੇ ਉਹ? ਹੁਣ ਸਿੱਕਿਆਂ ਤੋਂ ਵੀ ਪਤਾ ਲੱਗਦਾ ਵੀ ਆਹ ਸਿੱਕੇ ਆਹ ਰਾਜੇ ਦੇ ਨੇ, ਕਿਹੜੇ ਦੇ ਨੇ? ਕਜੂਲ ਦੇ ਨੇ, ਸਿਮਕ ਦੇ ਨੇ, ਗੌਤਮੀ ਪੁੱਤਰ ਦੇ ਨੇ, ਜਾਂ ਪਸ਼ੂਮਿੱਤਰ ਦੇ ਨੇ? ਕਿਹਦੇ ਨੇ? ਜਿਹੜੇ ਇਹ 1400 ਸਿੱਕੇ ਪ੍ਰਾਪਤ ਹੋਏ ਨੇ ਮਹਾਰਾਸ਼ਟਰ ਤੋਂ, ਇਹ ਹੋਏ ਨੇ ਜੀ ਗੌਤਮੀ ਪੁੱਤਰ ਸਤਕਰਨੀ ਦੇ, ਠੀਕ। ਗੌਤਮੀ ਪੁੱਤਰ ਸਤਕਰਨੀ ਸਤਵਾਨਾ ਦਾ ਸ਼ਾਸਕ ਸੀਗਾ, ਤੇ ਇਹਨੇ ਚਾਂਦੀ ਦੇ, ਰੰਗਾਂ ਦੇ, ਪੋਟਨ ਸੀਸੇ ਦੇ, ਤਾਂਬੇ ਦੇ ਸਿੱਕੇ ਜਾਰੀ ਕੀਤੇ ਨੇ, ਠੀਕ ਹੈ ਜੀ। ਤੇ ਸਿੱਕਿਆਂ ਉੱਤੇ ਮਹਾਰਾਸ਼ਟਰੀ ਪ੍ਰਕਿਰਤਿਕ ਭਾਸ਼ਾ ਆ ਗਈ ਤੇ ਬ੍ਰਾਹਮਣੀ ਭਾਸ਼ਾ ਦੇ ਲੇਖ ਲਿਖਵਾਏ ਹੋਏ ਨੇ, ਠੀਕ ਹੈ ਜੀ। ਇਹਨਾਂ ਦੀ ਡਿਟੇਲ ਆਪਾਂ ਨੂੰ ਐਪ ਤੇ ਦਿੱਤੀ ਹੋਈ ਆ। ਮੌਰੀਆ ਤੋਂ ਬਾਅਦ ਕਿਹੜੀ ਕਲਾ ਸ਼ੈਲੀ ਦਾ ਵਿਕਾਸ ਹੋਇਆਗਾ? ਮੌਰੀਆ ਤੋਂ ਬਾਅਦ ਕਿਹੜੀ ਕਲਾ ਸ਼ੈਲੀ ਦਾ ਵਿਕਾਸ ਹੋਇਆ? ਕੰਧਾਰ ਦਾ, ਗੰਧਾਰ ਦਾ, ਮਥੁਰਾ ਦਾ, ਜਾਂ ਬ੍ਰਹਮਰਾਵਤੀ ਦਾ? ਮੌਰੀਆ ਕਾਲ ਤੋਂ ਬਾਅਦ ਜਿਹੜੇ ਕਲਾ ਸ਼ੈਲੀਆਂ ਚੱਲੀਆਂ ਨੇਗੀਆਂ, ਉਹ ਚੱਲੀਆਂ ਨੇ ਤਿੰਨੇ, ਗੰਧਾਰ, ਮਥੁਰਾ ਤੇ ਅਮਰਾਵਤੀ ਕਲਾ ਸ਼ੈਲੀਆਂ ਦਾ ਵਿਕਾਸ ਹੋਇਆ, ਠੀਕ ਹੈ ਜੀ। ਹੁਣ ਮਥੁਰਾ ਆ ਗਈ ਜਿਹੜੀ, ਪਹਿਲਾਂ ਕਹਿੰਦੇ ਮਥੁਰਾ ਕਲਾ ਸ਼ੈਲੀ ਦਾ ਵਿਕਾਸ ਹੋਇਆਗਾ, ਤੇ ਇਹ ਵਿਕਾਸ ਜਿਹੜਾ ਸਭ ਤੋਂ ਵੱਧ ਹੋਇਆ ਕਨਿਸ਼ਕ ਦੇ ਸਮੇਂ ਹੋਇਆ। ਮਥੁਰਾ ਕਲਾ ਸ਼ੈਲੀ ਹੈ ਜਿਹੜੀ ਸਾਡੇ ਕੋਲੇ ਆਦਰਸ਼ਵਾਦੀ ਆ, ਕਿਹੜੀ ਆ? ਆਦਰਸ਼ਵਾਦੀ। ਗੰਧਾਰ ਕਲਾ ਸ਼ੈਲੀ ਜਿਹੜੀ ਯਥਾਰਥਵਾਦੀ ਆ, ਠੀਕ ਹੈ ਜੀ। ਕਿੱਥੇ ਚੱਲੀਆਂ, ਕਿਵੇਂ ਚੱਲੀਆਂ, ਇਹ ਤੁਹਾਨੂੰ ਐਪ ਦੇ ਵਿੱਚ ਦਿੱਤਾ ਹੋਇਆ। ਤੇ ਇਸ ਦੀ ਉਤਪਤੀ ਦਾ ਸਰੋਤ ਆ ਜਿਹੜਾ ਏਸ਼ੀਆ ਮਾਈਨਰ ਆ। ਜਿਹੜੀ ਗੰਧਾਰ ਕਲਾ ਸ਼ੈਲੀ ਦਾ ਉਤਪਤੀ ਦਾ ਸਰੋਤ ਕੀ ਆ? ਏਸ਼ੀਆ ਮਾਈਨਰ। ਗੰਧਾਰ ਕਲਾ ਸ਼ੈਲੀ 25 ਤੋਂ ਲੈ ਕੇ 60 ਈਸਵੀ ਤੱਕ ਪੱਲਵ ਕਾਲ ਦੇ ਵਿੱਚ ਜਨਮੀ।
ਕੁਸ਼ਾਣ ਕਾਲ ਦੇ ਵਿੱਚ ਵਿਕਸਿਤ ਹੋਈ ਆ ਗੰਧਾਰ ਕਲਾ ਸ਼ੈਲੀ। ਠੀਕ ਹੈ ਜੀ। ਦੱਖਣ ਵਿੱਚ ਪ੍ਰਚਲਿਤ ਸੀ ਜਿਹੜੀ, ਹੁਣ ਸਾਡੇ ਕੋਲੇ ਮਥੁਰਾ, ਠੀਕ ਹੈ ਜੀ, ਤੇ ਗੰਧਾਰ ਕਲਾ ਸ਼ੈਲੀ, ਤੇ ਦੱਖਣ ਦੇ ਵਿੱਚ ਇੱਥੇ ਅਮਰਾਵਤੀ ਕਲਾ ਸ਼ੈਲੀ ਵਿਕਾਸ ਹੋਇਆ। ਸਤਵਾਹਨਾਂ ਨੇ ਜਿਹੜੀ ਅਮਰਾਵਤੀ ਕਲਾ ਸ਼ੈਲੀ ਸੀ ਉਹਦਾ ਸਰਪ੍ਰਸਤੀ ਕੀਤੀ ਆ, ਤੇ ਇਹਨਾਂ ਦੀ ਡਿਟੇਲ ਆ ਜਿਹੜੀ ਤੁਹਾਨੂੰ ਐਪ ਦੇ ਵਿੱਚ ਮਿਲੂਗੀ। ਠੀਕ ਹੈ ਜੀ। ਮੌਰੀਆ ਤੋਂ ਬਾਅਦ ਕਿਹੜੀਆਂ ਸਮ੍ਰਿਤੀਆਂ ਲਿਖੀਆਂ ਗਈਆਂ, ਮੌਰੀਆ ਤੋਂ ਬਾਅਦ ਕਿਹੜੀਆਂ ਸਮ੍ਰਿਤੀਆਂ ਲਿਖੀਆਂ ਗਈਆਂ ਸਾਡੇ ਕੋਲੇ, ਮਨੂ ਸਮ੍ਰਿਤੀ, ਸੌਰੀ ਮੌਰੀਆ ਕਾਲ ਤੋਂ ਬਾਅਦ ਜਿਹੜਾ ਸਮਾਂ ਗਾ ਪੋਸਟ ਮੌਰੀਆ ਜਿਹਨੂੰ ਆਪਾਂ ਕਹਿੰਦੇ ਆ, ਪੋਸਟ ਮੌਰੀਆ ਦੇ ਸਮਾਂ ਕਾਲ ਦੇ ਵਿੱਚ ਕਿਹੜੀਆਂ ਸਮ੍ਰਿਤੀਆਂ ਲਿਖੀਆਂ, ਮਨੂ ਸਮ੍ਰਿਤੀ, ਜਗਵੱਲਭ ਸਮ੍ਰਿਤੀ, ਏ ਜਾਂ ਬੀ ਜਾਂ ਕੋਈ ਵੀ ਨਹੀਂ, ਕੋਈ ਵੀ ਸਮ੍ਰਿਤੀ ਲਿਖੀ ਨਹੀਂ ਗਈ ਇਹਨਾਂ ਇਹ ਕਾਲ ਦੇ ਵਿੱਚ। ਕਿਹੜੀਆਂ ਲਿਖੀਆਂ, ਮਨੂ ਸਮ੍ਰਿਤੀ ਤੇ ਜਗਵੱਲਭ ਸਮ੍ਰਿਤੀ, ਦੋਨੇ ਸਮ੍ਰਿਤੀਆਂ ਸਾਡੇ ਕੋਲੇ ਲਿਖੀਆਂ ਗਈਆਂ ਨੇ ਜੀ। ਠੀਕ ਹੈ ਜੀ। ਕਿਹੜੇ ਕਾਲ ਦੇ ਵਿੱਚ, ਪੋਸਟ ਮੌਰੀਆ ਦੇ ਵਿੱਚ। ਮਨੂ ਸਮ੍ਰਿਤੀ ਦੇ ਵਿੱਚ, ਮਨੂ ਸਮ੍ਰਿਤੀ ਦੀ ਰਚਨਾ ਜਿਹੜੀ ਹੋਈ ਆ ਸੁੰਗ ਵੰਸ਼ ਦੇ ਸਮੇਂ ਹੋਈ ਆ, ਜਿਹਦੇ ਵਿੱਚ 61 ਜਾਤੀਆਂ ਦਾ ਵਰਣਨ ਆ ਮਨੂ ਸਮ੍ਰਿਤੀ ਦੇ ਵਿੱਚ। ਠੀਕ ਹੈ ਜੀ। ਸਭ ਤੋਂ ਉੱਚੀ ਬ੍ਰਾਹਮਣ, ਇਸ ਤੋਂ ਬਾਅਦ ਕਸ਼ਤਰੀ, ਇਸ ਤੋਂ ਬਾਅਦ ਵੈਸ, ਇਸ ਤੋਂ ਬਾਅਦ ਸਾਰਿਆਂ ਤੋਂ ਨਿਚਲੇ ਹੁੰਦੇ ਸੀ ਸ਼ੂਦਰ। ਸ਼ੂਦਰਾਂ ਨੂੰ ਤਿੰਨੇ ਉੱਪਰਲੀਆਂ ਜਾਤੀਆਂ ਦਾ ਜਿਹੜਾ ਹੁੰਦਾ ਸੀਗਾ ਸੇਵਾ ਕਰਨਾ ਹੁੰਦੀ ਸੀ। ਠੀਕ ਹੈ ਜੀ। ਇਹ ਮਨੂ ਸਮ੍ਰਿਤੀ ਦੇ ਵਿੱਚ ਲਿਖਿਆ ਹੋਇਆ। ਇਸਤਰੀ ਨੂੰ ਤੇ ਸ਼ੂਦਰਾਂ ਨੂੰ ਸਮਾਨ ਦਰਜਾ ਸੀਗਾ। ਠੀਕ ਹੈ। ਨਾ ਤਾਂ ਇਸਤਰੀ ਦੀ ਬਹੁਤੀ ਇੱਜ਼ਤ ਹੁੰਦੀ ਸੀ, ਨਾ ਉਹ ਸਮੇਂ ਸ਼ੂਦਰਾਂ ਦੀ ਬਹੁਤੀ ਇੱਜ਼ਤ ਹੁੰਦੀ ਸੀ। ਮਨੂ ਸਮ੍ਰਿਤੀ ਦੇ ਵਿੱਚ ਇਹਨਾਂ ਦਾ ਵਰਣਨ ਆ। ਤੇ 8 ਪ੍ਰਕਾਰ ਦੇ ਵਿਆਹ ਦੱਸੇ ਗਏ ਨੇ ਮਨੂ ਸਮ੍ਰਿਤੀ ਦੇ ਵਿੱਚ। ਠੀਕ ਹੈ ਜੀ। ਤੇ ਮੌਰੀਆ ਤੋਂ ਬਾਅਦ ਦੇ ਸਮੇਂ ਦੇ ਮਹੱਤਵਪੂਰਨ ਰਚਨਾਵਾਂ ਕਿਹੜੀਆਂ ਨੇ, ਹੁਣ ਪੋਸਟ ਮੌਰੀਆ ਜਿਹੜਾ ਹੋਇਆ ਸਾਡੇ ਕੋਲੇ, ਪੋਸਟ ਮੌਰੀਆ ਪੀਰੀਅਡ ਦੇ ਵਿੱਚ ਰਚਨਾਵਾਂ ਕਿਹੜੀਆਂ ਨੇ ਜਿਨ੍ਹਾਂ ਤੋਂ ਸਾਨੂੰ ਪੋਸਟ ਮੌਰੀਆ ਪੀਰੀਅਡ ਦੇ ਬਾਰੇ ਪਤਾ ਲੱਗਦਾ ਗਾ। ਕਿਹਦੇ ਬਾਰੇ, ਹਰਸ਼ ਚਰਿਤ, ਚਰਕ ਸਾਹਿਤਾ, ਬ੍ਰਜ ਸੂਚੀ ਜਾਂ ਫਿਰ ਮਿਲਿੰਦ ਪੰਨੋ ਜਾਂ ਫਿਰ ਉਪਰੋਕਤ ਸਾਰੀਆਂ। ਇਹ ਸਾਰੀਆਂ ਰਚਨਾਵਾਂ ਤੋਂ ਹੀ ਸਾਨੂੰ ਪੋਸਟ ਮੌਰੀਆ ਪੀਰੀਅਡ ਬਾਰੇ ਜਾਣਕਾਰੀ ਮਿਲਦੀ ਹੈ ਜੀ। ਠੀਕ ਹੈ ਜੀ। ਹੁਣ ਮਾਲਵੀ ਕਾਮਨੀ ਮਿੱਤਰ ਕਿਹਦੀ ਬੁੱਕ ਆ, ਕਾਲੀਦਾਸ ਦੀ ਆ, ਇਹ ਤੋਂ ਪਤਾ ਲੱਗਦਾ ਗਾ। ਹਰਸ਼ ਚਰਿਤ ਕਿਹਦੀ ਹੈਗੀ, ਬਾਣ ਭੱਟ ਦੀ ਆ, ਇਹ ਤੋਂ ਪਤਾ ਲੱਗਦਾ ਗਾ ਸਾਨੂੰ ਪੋਸਟ ਮੌਰੀਆ ਪੀਰੀਅਡ ਬਾਰੇ। ਥੇਰਾਵਲੀ ਕਿਹਦੀ ਆ, ਮੇਰੂਤੰਗ ਦੀ ਆ, ਇਹ ਤੋਂ ਪਤਾ ਲੱਗਦਾ ਪੋਸਟ ਮੌਰੀਆ ਬਾਰੇ। ਚਰਕ ਸਾਹਿਤਾ ਕਿਹਦੀ ਆ, ਚਰਕ ਦੀ ਆ, ਇੱਕ ਮੈਡੀਕਲ ਖੇਤਰ ਨਾਲ ਸੰਬੰਧਿਤ ਜਿਹੜਾ ਚਰਕ ਸਾਹਿਤਾ ਹੈਗਾ, ਚਰਕ ਦੁਆਰਾ ਲਿਖਿਆ ਹੋਇਆ। ਰੋਗ ਜੜੀ ਬੂਟੀਆਂ ਨਾਲ ਕਿਵੇਂ ਦੂਰ ਹੁੰਦੇ ਨੇ। ਠੀਕ ਹੈ ਜੀ। ਕਿਹੜੀ ਜੜੀ ਬੂਟੀ ਕਿਵੇਂ ਕੰਮ ਕਰਦੀ ਆ, ਚਰਕ ਸਾਹਿਤਾ ਮੈਡੀਸਨ ਨਾਲ ਸੰਬੰਧਿਤ। ਠੀਕ ਹੈ ਜੀ। ਭਾਸ਼ਾ ਜਿਹੜਾ, ਭਾਸ਼ ਦੀਆਂ ਕੁੱਲ 13 ਰਚਨਾਵਾਂ ਦਾ ਵਰਣਨ ਮਿਲਦਾ ਸਾਨੂੰ ਇਹ ਕਾਲ ਦੇ ਵਿੱਚ। ਠੀਕ ਹੈ ਜੀ। ਮੌਰੀਆ ਤੋਂ ਬਾਅਦ ਦੇ ਸਮੇਂ ਦੀਆਂ 2 ਰਚਨਾਵਾਂ ਨੇ, ਪੋਸਟ ਮੌਰੀਆ ਦੇ ਵਿੱਚ ਦੋ ਰਚਨਾਵਾਂ ਲਿਖੀਆਂ ਨੇ। ਕਿਹੜੀਆਂ, ਪ੍ਰਤੀਯੋਗ ਗਣਤਾਰਾਇਣ, ਇੱਕ ਤਾਂ ਇਹ ਲਿਖੀਆਂ ਨੇ, ਇੱਕ ਸਵਪਨ ਵਾਸ ਦਮਮ। ਠੀਕ ਹੈ ਜੀ। 2 ਸੰਸਕ੍ਰਿਤ ਨਾਟਕ ਨੇ ਇਹ। ਅਸ਼ਵਕੋਸ਼ ਨੇ ਕਿਹੜੀਆਂ ਲਿਖੀਆਂ ਇਹ ਕਾਲ ਦੇ ਵਿੱਚ ਪੋਸਟ ਮੌਰੀਆ ਵਿੱਚ, ਸੂਤਰ ਅਲੰਕਾਰ, ਬੱਜਰ ਸੂਚੀ, ਸੌਂਦਰਯਾਨੰਦ ਸਾਰੀ ਪੁੱਤਰ ਪ੍ਰਕਰਨ, ਬੁੱਧ ਚਰਿਤ। ਇਹ ਸਾਡੇ ਕੋਲੇ ਅਸ਼ਵਕੋਸ਼ ਦੀਆਂ ਇਹ ਮੌਰੀ ਕਾਲ ਦੇ ਵਿੱਚ ਲਿਖੀਆਂ ਹੋਈਆਂ ਨੇ। ਠੀਕ ਹੈ ਜੀ। ਮਿਲਿੰਦ ਪੰਨੋ ਨਾਗਸੇਨ ਦੀ ਪਾਲੀ ਭਾਸ਼ਾ 'ਚ ਲਿਖੀ ਆ, ਪੋਸਟ ਮੌਰੀਆ ਪੀਰੀਅਡ ਬਾਰੇ ਜਾਣਕਾਰੀ ਦਿੰਦੀ ਆ। ਮਹਾਭਾਸ਼ਾ ਪਤੰਜਲੀ ਦਾ ਗਾ। ਠੀਕ ਹੈ ਜੀ। ਗਾਰਗੀ ਸਹਿਤਾ ਤੇ ਜੋਤਿਸ਼ ਗ੍ਰੰਥ। ਠੀਕ ਹੈ ਜੀ। ਇਹ ਸਾਡੇ ਕੋਲੇ ਕਿਹਦੇ ਬਾਰੇ ਜਾਣਕਾਰੀ ਦਿੰਦੇ ਨੇ, ਪੋਸਟ ਮੌਰੀਆ ਪੀਰੀਅਡ ਬਾਰੇ ਜਾਣਕਾਰੀ ਦਿੰਦੇ ਨੇ। ਠੀਕ ਹੈ ਜੀ। ਇਹ ਸੀਗੇ ਪੋਸਟ ਮੌਰੀਆ ਤੇ ਪ੍ਰਸ਼ਨ। ਤੇ ਆਪਾਂ ਕਾਫੀ ਹੱਦ ਤੱਕ ਜਿਹੜਾ ਪ੍ਰਾਚੀਨ ਭਾਰਤ ਨਿਮੇੜ ਚੁੱਕੇ ਹਾਂ। ਜਿਹੜੀਆਂ ਵੀ ਵੀਡੀਓ ਰਹਿੰਦੀਆਂ ਨੇ ਉਹ ਜਲਦੀ ਤੋਂ ਜਲਦੀ ਅਪਲੋਡ ਹੋ ਜਾਣਗੀਆਂ। ਤੇ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਲਈ ਵੀ, ਤੇ ਤੁਹਾਡੇ ਲਈ ਮਟੀਰੀਅਲ ਕੱਢ ਕੇ ਲੈ ਕੇ ਆਉਣ ਲਈ ਵੀ। ਵੱਧ ਤੋਂ ਵੱਧ ਸ਼ੇਅਰ, ਲਾਈਕ, ਕਮੈਂਟ ਕਰ ਦਿਆ ਕਰੋ। ਤੇ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ, ਤੁਹਾਡੇ ਲਈ ਹੈਲਪਫੁਲ ਆ, ਤਾਂ ਸ਼ੇਅਰ ਕਰਿਓ। ਠੀਕ ਹੈ ਜੀ। ਤੇ ਜੇ ਤੁਸੀਂ ਸਾਡੇ ਕੋਲੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਤੁਹਾਨੂੰ ਮਿਲ ਜੂਗਾ। ਠੀਕ ਹੈ ਜੀ। ਉੱਥੋਂ ਤੁਸੀਂ ਉਹਨੂੰ ਡਾਊਨਲੋਡ ਕਰ ਲਿਓ ਐਪ ਨੂੰ। ਐਪ ਦਾ ਕਿਵੇਂ ਡਾਊਨਲੋਡ ਕਰਨੀ ਆ ਉਹ ਵੀ ਤਰੀਕਾ ਤੁਹਾਨੂੰ ਅੱਜ ਅਪਲੋਡ ਕਰ ਦਿੱਤਾ ਜਾਊਗਾ। ਠੀਕ ਹੈ ਜੀ। ਤੇ ਵੱਧ ਤੋਂ ਵੱਧ ਪੜ੍ਹੋ, ਤਰੀਕੇ ਨਾਲ ਪੜ੍ਹੋ। ਠੀਕ ਹੈ ਜੀ। ਤਾਂ ਕਿ ਤੁਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕੋ। ਇੱਦਾਂ ਨਹੀਂ ਹੈਗਾ ਵੀ ਤੁਸੀਂ 1 ਦਿਨ ਪੜ੍ਹੋਗੇ, 2 ਦਿਨ ਪੜ੍ਹੋਗੇ ਜਾਂ ਪੇਪਰ ਮੌਕੇ ਕਹਿ ਦੋਗੇ ਪੜ੍ਹ ਲਾਂਗੇ ਜੀ। ਠੀਕ ਹੈ ਜੀ। 1-2 ਘੰਟੇ ਪੜ੍ਹ ਲਓ ਤਾਂ ਦਿਨ ਦੇ ਵਿੱਚ ਬਹੁਤ ਆ। ਇਸ ਤਰ੍ਹਾਂ ਨਹੀਂ ਮੰਜ਼ਿਲਾਂ ਪ੍ਰਾਪਤ ਹੁੰਦੀਆਂ। ਠੀਕ ਹੈ ਜੀ। ਇਸ ਤਰ੍ਹਾਂ ਮੰਜ਼ਿਲਾਂ ਪ੍ਰਾਪਤ ਹੁੰਦੀਆਂ ਨੇ ਜਿਹੜੇ ਬੱਚੇ ਲੰਬੇ ਸਮੇਂ ਤੋਂ ਤਿਆਰੀ ਕਰਦੇ ਨੇ। ਜਿਹੜਾ ਬੰਦਾ ਕਹਿੰਦਾ ਵੀ ਮੈਂ ਅੱਜ ਨੌਕਰੀ ਲੱਗ ਗਿਆ, ਉਹਦੀ ਤਿਆਰੀ ਪਿਛਲੀ ਪਤਾ ਨਹੀਂ ਕਿੰਨੇ ਕੁ ਸਮੇਂ ਦੀ ਤਿਆਰੀ ਕਰ ਰਿਹਾ ਹੁੰਦਾ ਉਹ। ਠੀਕ ਹੈ ਜੀ। ਇਸ ਕਰਕੇ ਤਿਆਰੀ, ਲੰਬੀ ਤਿਆਰੀ ਕੰਮ ਆਉਂਦੀ ਹੈ, ਨਾ ਕਿ ਸ਼ਾਰਟ ਪੀਰੀਅਡ ਦੀ ਤਿਆਰੀ ਕੰਮ ਆਉਂਦੀ ਹੈ। ਜਦੋਂ ਪੋਸਟ ਆ ਜਾਂਦੀ ਨੇ ਉਦੋਂ ਤਾਂ ਕੁਝ ਵੀ ਸਮਝ ਨਹੀਂ ਆਉਂਦਾ। ਇਸ ਕਰਕੇ ਹੁਣ ਤੋਂ ਤਿਆਰੀ ਜਾਰੀ ਰੱਖੋ, ਕਰਦੇ ਰਹੋ ਆਪਣੀ। ਧੰਨਵਾਦ ਜੀ।